हाँ. Praise the Lord, House of Glory Punjabi Church. This is our topic for stage 4. जय मसीह की हाउस ऑफ ग्लोरी पंजाबी चर्च नु ते ए अपना टॉपिक आ स्टेज 4 दा एक टॉपिक है. And the name of the topic is Dangers of Online Church. जो टॉपिक दा नाम की है वो हैगा जो ऑनलाइन आजकल जो चल रही है ओदा ऑनलाइन चर्च दे डेंजर्स ओना दा खतरा. Now I want to define what I mean by online church. ਤੇ ਮੈਂ ਇੱਥੇ ਇਹ ਸਮਝਾਉਣਾ ਚਾਹਣਾ ਕਿ ਇਹਦਾ ਮਤਲਬ ਕੀ ਹੈ ਆਨਲਾਈਨ ਕਲੀਸਿਆ. Online church is not the church when we are doing certain things as a church online. Now this one is not actually online church. ऑनलाइन कलीसिया ਜਿਹੜਾ ਚਰਚ ਉਹਦਾ ਮਤਲਬ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਉਹਦਾ ਮਤਲਬ ਇਹ ਨਹੀਂ ਹੈ ਕਿ ਜੋ ਚੀਜ਼ਾਂ ਆਪਾਂ ਜੋ ਇੱਕ ਕਲੀਸਿਆ ਦੇ ਵਿੱਚ ਆਮ ਤੌਰ ਤੇ ਕਰਦੇ ਉਹ ਆਪਾਂ ਨਹੀਂ ਕਰ ਸਕਦੇ. ਜਿਵੇਂ ਕਿ ਹੁਣ ਆਪਾਂ ਇਸ ਤਰੀਕੇ ਆਨਲਾਈਨ ਕਰ ਰਹੇ ਆ ਉਹਨੂੰ ਮੈਂ ਕਹਾਂਗਾ ਕਿ ਇੱਕ ਤਰ੍ਹਾਂ ਆਨਲਾਈਨ ਚਰਚ ਨਹੀਂਗਾ. Because this is only a platform that we are using for our church program. ਕਿਉਂਕਿ ਇਹ ਸਿਰਫ ਇੱਕ ਕਾਲੋ ਇੱਕ ਸਥਾਨ ਹੈ ਇੱਕ ਪਲੇਟਫਾਰਮ ਹੈ ਜਿਹੜਾ ਕਿ ਆਪਾਂ ਆਪਣੀ ਜੋ ਕਲੀਸਿਆ ਉਹਦੇ ਲਈ ਇਸ ਆਨਲਾਈਨ ਪਲੇਟਫਾਰਮ ਨੂੰ ਯੂਜ਼ ਕਰ ਰਹੇ ਆ. Our mail meetup, our Skype meetings, our Facebook meetings, and anything else that we do online is not considered to be as an online church, but it is part of our church program. I hope you understand the difference. ਉਮੀਦ ਕਰਦਾ ਕਿ ਤੁਹਾਨੂੰ ਫਰਕ ਸਮਝ ਆ ਗਿਆ ਹੋ ਕਿ ਜੇ ਆਪਾਂ ਜੋ ਚਰਚ ਦਾ ਕੋਈ ਕੰਮ ਜਿਵੇਂ ਆਪਾਂ ਫੇਸਬੁੱਕ ਤੇ ਜਾਂ ਫਿਰ YouTube ਤੇ ਕੁਝ ਵੀ ਆਪਾਂ ਕਰਦੇ ਆ ਜੋ ਮੇਲ ਮਿਲਾਪ ਵਾਲਾ ਜੋ ਮੀਟਿੰਗ ਹੈ ਗਰੁੱਪ ਹੈ ਉਹ ਕੁਝ ਵੀ ਆਪਾਂ ਉਸ ਤੋਂ ਰਿਲੇਟਡ ਕੁਝ ਵੀ ਕੰਮ ਕਰਦੇ ਆ ਉਹ ਆਪਾਂ ਇੱਕ ਪਲੇਟਫਾਰਮ ਯੂਜ਼ ਕਰਦੇ ਆ ਉਸ ਚੀਜ਼ ਨੂੰ ਕਰਨ ਦੇ ਲਈ ਆਨਲਾਈਨ ਬਟ ਉਹ ਆਨਲਾਈਨ ਚਰਚ ਨਹੀਂ ਕਹਿਲਾਏਗਾ. The online church dangers I'm going to talk about is when people become dependent on online platforms without their commitment to a local church. ਦੇ ਬਾਰੇ ਜੋ ਦੇ ਖਤਰੇ ਹੈ ਜੋ ਉਸ ਤੋਂ ਡਰ ਹੈ ਆਪਾਂ ਨੂੰ ਇੱਕ ਤਰ੍ਹਾਂ ਦਾ ਉਹਦੇ ਬਾਰੇ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਇੱਕ ਲੋਕਲ ਚਰਚ ਦੇ ਵਿੱਚ ਜਾਣ ਤੋਂ ਜਿਹੜੇ ਆਪਾਂ ਨੂੰ ਫਾਇਦੇ ਹੁੰਦੇ ਆ ਜਾਂ ਫਿਰ ਕਹਿ ਲਓ ਜੋ ਆਪਾਂ ਵੱਧਦੇ ਆ ਉਸ ਚੀਜ਼ ਦੇ ਨਾਲ ਉਹ ਜੋ ਆਨਲਾਈਨ ਆਪਾਂ ਪ੍ਰਚਾਰ ਸੁਣਦੇ ਆ ਜਾਂ ਫਿਰ ਚਰਚ ਅਟੈਂਡ ਕਰਦੇ ਆ ਉਹ ਫਾਇਦੇ ਆਪਾਂ ਨੂੰ ਨਹੀਂ ਹੋ ਸਕਦੇ. I am going to talk a lot about accountability, submission. मैं बहुत गल करांगे ਇਹਦੇ ਬਾਰੇ ਅਕਾਊਂਟੇਬਿਲਿਟੀ ਕਿ ਇੱਕ ਆਪਣੀ ਜੋ ਕਿ ਆਪਣਾ ਉਹਨਾਂ ਨੂੰ ਜਵਾਬਦੇਹੀ ਇੱਕ ਤਰ੍ਹਾਂ ਦੀ ਤੇ ਆਪਣਾ ਸਬਮਿਸ਼ਨ ਕਿ ਜੋ ਆਪਾਂ ਸਬਮਿਟ ਕਰਦੇ ਆ ਉਸ ਦੇ ਬਾਰੇ. Little bit of discipleship and a little bit of the calling on the person's life. ਕੁਝ ਗੱਲਾਂ ਕਰਾਂਗੇ ਕਿ ਕਿਸੇ ਪਰਸਨ ਦੇ ਕਿਸੇ ਮਨੁੱਖ ਦੇ ਉੱਪਰ ਪਰਮੇਸ਼ਰ ਦੀ ਬੁਲਾਹਟ ਦੇ ਬਾਰੇ ਤੇ ਜੋ ਕਾਲਿੰਗਸ ਹੈਗੀ ਆ ਉਹਨਾਂ ਦੇ ਬਾਰੇ ਸਬਮਿਸ਼ਨਸ ਦੇ ਬਾਰੇ. We are called to be disciples and to follow Jesus, and by that it means we have to be discipled in a church. ਆਪਾਂ ਬੁਲਾਏ ਗਏ ਹਾਂ ਪਰਮੇਸ਼ਰ ਦੇ ਦੁਆਰਾ ਆਪਣੇ ਲਈ ਬੁਲਾਹਟ ਆਪਾਂ ਬੁਲਾਏ ਗਏ ਆ ਕਿ ਆਪਾਂ ਉਹਦੇ ਚੇਲੇ ਬਣੀਏ ਤੇ ਚੇਲੇ ਬਣਾਈਏ ਤੇ ਉਹ ਸਿਰਫ ਕੀ ਹੋ ਸਕਦਾ ਇੱਕ ਉਸ ਜੋ ਆਪਣਾ ਜੋ ਲੋਕਲ ਚਰਚ ਹੈ ਉਹਦੇ ਵਿੱਚ ਉਹਦੇ ਦੁਆਰਾ ਹੋ ਸਕਦਾ ਹੈ. And we should not become followers of online preachers, pastors and prophets. ਆਪਾਂ ਨੂੰ ਚੇਲੇ ਇਹਦੇ ਚੇਲੇ ਬਣਨ ਦੇ ਲਈ ਨਹੀਂ ਕਿਹਾ ਗਿਆ ਜਾਂ ਫਿਰ ਨਹੀਂ ਬਣਨਾ ਜੋ ਕਿ ਆਨਲਾਈਨ ਜੋ ਚਰਚਿਸ ਹੈਗੇ ਆ ਜਿੱਥੇ ਆਪਾਂ ਜਾ ਨਹੀਂ ਸਕਦੇ ਆਨਲਾਈਨ ਚਰਚਿਸ ਪ੍ਰਚਾਰਕ ਟੀਚਿੰਗਸ. The online preachers usually, in my opinion, do not encourage local church commitment. ਮੇਰੇ ਖਿਆਲ ਦੇ ਵਿੱਚ ਜ਼ਿਆਦਾਤਰ ਜਿਹੜੇ ਆਨਲਾਈਨ ਜਿਹੜੇ ਪ੍ਰਚਾਰਕ ਹੈ ਉਸ ਚੀਜ਼ ਨੂੰ ਇਹ ਬੜਾਵਾ ਨਹੀਂ ਦਿੰਦੇ ਕਿ ਆਪਾਂ ਜੋ ਆਪਣਾ ਸਥਾਨੀ ਚਰਚ ਹੈ ਜੋ ਆਪਣਾ ਲੋਕਲ ਚਰਚ ਹੈ ਉਹਦੇ ਵਿੱਚ ਆਪਾਂ ਪਲਾਂਟ ਹੋਈ ਜਾਈਏ. And the online preachers, pastors, prophets, they want you to just come and receive, and basically it's like, I have the word for you, I can pray for you, receive your miracle. It's all about they giving you rather than they saying to you, you need to pray, you need to read your word, you need to hear from God. ਐਵੇਂ ਹੁੰਦਾ ਕਿ ਜੋ ਆਨਲਾਈਨ ਟੀਚਰਸ ਹੈਗੇ ਪ੍ਰਚਾਰਕ ਹੈਗੇ ਉਹ ਚਰਚਿਸ ਹੈਗੇ ਉਹ ਕੀ ਕਰਦੇ ਆ ਕਿ ਸਿਖਾਉਂਦੇ ਕਿ ਜਿਵੇਂ ਉਹ ਕਹਿਣਗੇ ਕਿ ਹਾਂ ਤੁਸੀਂ ਆਓ ਸਾਡੇ ਕੋਲ ਆਓ ਆਨਲਾਈਨ ਸੁਣੋ ਤੇ ਤੁਹਾਡੇ ਲਈ ਪ੍ਰੋਫੈਸੀਜ਼ ਹੋਣਗੀਆਂ ਤੁਹਾਡੇ ਲਈ
ਬੋਲਿਆ ਜਾਏਗਾ, ਤੁਹਾਨੂੰ ਕੁਝ ਦੱਸਿਆ ਜਾਏਗਾ ਇਸ ਤਰੀਕੇ, ਪਰ ਬਜਾਏ ਉਸ ਦੇ ਕਿ ਇਹਦੇ ਤੇ ਜ਼ੋਰ ਦਿੱਤਾ ਜਾਏ ਕਿ ਤੁਸੀਂ ਆਪ ਪ੍ਰਾਰਥਨਾ ਕਰਨਾ ਸਿੱਖੋ, ਤੁਸੀਂ ਆਪ ਵਚਨ ਪੜ੍ਹਨਾ ਸਿੱਖੋ, ਇਹਦੇ ਉੱਪਰ ਘੱਟ ਜ਼ੋਰ ਪੈਂਦਾ ਹੈ। ਇਹਦੇ ਬਜਾਏ ਉਹ ਆਪ ਉਹਨੂੰ ਦੇਣਾ ਚਾਹੁੰਦੇ ਹੈ। But of course, we should not confuse this when we give altar calls on a Sunday, or we pray for our people who we have authority over. This should not be confused with the online thing, please. ਪਰ ਕਿਰਪਾ ਕਰਕੇ ਇਹ ਆਪਾਂ ਨੂੰ ਧਿਆਨ ਰੱਖਣਾ ਹੈ ਕਿ ਇਹ ਚੀਜ਼ ਜੋ ਆਲਟਰ ਕਾਲ ਜਦੋਂ ਆਪਾਂ ਚਰਚ ਦੇ ਐਂਡ ਦੇ ਵਿੱਚ ਆਪਾਂ ਨੂੰ ਜਾਂ ਫਿਰ ਕਿਸੇ ਹੋਰਾਂ ਨੂੰ ਕਿਹਾ ਜਾਂਦਾ ਹੈ ਜੋ ਉੱਥੇ ਨਿਯੁਕਤ ਕੀਤੇ ਗਏ ਕਿ ਜਾ ਕੇ ਲੋਕਾਂ ਦੇ ਲਈ ਪ੍ਰਾਰਥਨਾ ਕਰੋ, ਜਾਂ ਫਿਰ ਆਲਟਰ ਕਾਲ ਦਿੱਤੀ ਜਾਂਦੀ ਕਿ ਜਿਹਨੂੰ ਪ੍ਰਾਰਥਨਾ ਚਾਹੀਦੀ ਹੈ ਉਹ ਅੱਗੇ ਆਉਣ, ਤੇ ਇਹਨੂੰ ਆਪਾਂ ਕੰਫਿਊਜ਼ ਨਹੀਂ ਕਰਨਾ ਹੈ। ਇਹ ਆਨਲਾਈਨ ਉਹ ਨਹੀਂ ਹੈ, ਚਰਚਿਸ ਨਹੀਂ ਹੈ। And especially if you are a Dekbal leader, you are a pastoral care leader, then you are actually given the responsibility to feed your sheep, to pray for them, and to help them to grow. So this is different from the online dependency. ਜਿਵੇਂ ਮੰਨ ਲਓ ਕਿ ਆਪਾਂ ਕੋਈ ਤੁਹਾਨੂੰ ਇੱਕ ਅਗਵਾ ਹੋਣ ਦੇ ਨਾਤੇ ਜਾਂ ਫਿਰ ਕਿਸੇ ਕੋਈ ਇੱਕ ਮੇਲ ਮਿਲਾਪ ਵਾਲਾ ਜੋ ਗਰੁੱਪ ਹੈ ਜਾਂ ਫਿਰ ਪ੍ਰਾਰਥਨਾ ਵਾਲਾ ਕੋਈ ਗਰੁੱਪ ਹੈ, ਉਹਦੇ ਵਿੱਚ ਤੁਸੀਂ ਲੀਡਰ ਹੋ ਜਾਂ ਫਿਰ ਨਿਯੁਕਤ ਕੀਤਾ ਗਿਆ ਪ੍ਰਾਰਥਨਾ ਦੇ ਲਈ ਆਪਾਂ ਨੂੰ, ਤੇ ਉਦੋਂ ਆਪਾਂ ਪ੍ਰਾਰਥਨਾ ਕਰਦੇ ਆ, ਉਹਨਾਂ ਨੂੰ ਸਿਖਾਉਂਦੇ ਆ, ਤੇ ਇਹ ਚੀਜ਼ ਬਿਲਕੁਲ ਉਸ ਤੋਂ ਅੱਡ ਹੈ ਜੋ ਕਿ ਆਨਲਾਈਨ ਇੱਕ ਸਿਖਾਉਂਦੇ ਆ, ਉਸ ਪਲੇਟਫਾਰਮ ਤੋਂ ਬਿਲਕੁਲ ਅਲੱਗ ਹੈ। Now ਜਿਸ ਤੇ ਡਿਪੈਂਡ ਹੋ ਜਾਂਦੇ ਆ ਲੋਕੀ। we are going to look at some dangers for those who are only dependent on online, and I will give you some points. The first one will be is that, okay, carry on Priyanka please. ਆਪਾਂ ਇੱਥੇ ਗੱਲ ਕਰਾਂਗੇ ਕਿ ਇੱਕ ਤਰ੍ਹਾਂ ਕੀ ਖਤਰੇ ਆ ਆਪਾਂ ਨੂੰ, ਉਹਨਾਂ ਤੋਂ ਕੀ ਨੁਕਸਾਨ ਹੈ ਜਾਂ ਫਿਰ ਜੋ ਆਨਲਾਈਨ ਚਰਚਿਸ ਹੈ, ਤੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਉਸ ਤੋਂ ਪਹਿਲਾ ਨੰਬਰ ਹੈ Online platforms create a non-personal relationship. ਸਭ ਤੋਂ ਵੱਡੀ ਗੱਲ ਕਿ ਜੋ ਇੱਕ ਆਨਲਾਈਨ ਚਰਚਿਸ ਹੈ, ਪਲੇਟਫਾਰਮ ਹੈ, ਉਹ ਇੱਕ ਐਸਾ ਮੀਨਸ ਉਹਦੇ ਵਿੱਚ ਐਸਾ ਰਿਸ਼ਤਾ ਬਣਾਉਂਦਾ ਜਿਹੜਾ ਕਿ ਕਲੋਜ਼ ਨਹੀਂ ਹੈ, ਜਿਹਦੇ ਵਿੱਚ ਆਪਾਂ ਇੱਕ ਦੂਸਰੇ ਦੇ ਨਜ਼ਦੀਕ ਨਹੀਂ ਹੁੰਦੇ, ਬਸ ਇੱਕ ਦੂਰ ਦਾ ਮੇਲ ਮਿਲਾਪ ਹੈ। हाँ, मैं भूल गया। अमन कुमार प्लीज हिब्रूज चैप्टर 10 24-25 पढ़ने को रेडी हो जाओ। एक स्क्रिप्चर मैं भूल गया था, सो आप रेडी हो जाओ। So the online platforms and does not encourage you to meet together, but you start developing a relationship with your screen, with your TV, with your phone, with your iPad, with your tabs. ਜ਼ਿਆਦਾਤਰ ਕੀ ਹੁੰਦਾ ਜੋ ਆਨਲਾਈਨ ਪਲੇਟਫਾਰਮਸ ਹੈ, ਉਹ ਚਰਚਿਸ ਹੈ, ਉਹਦੇ ਵਿੱਚ ਕਿ ਇੱਕ ਪਰਸਨਲ ਰਿਲੇਸ਼ਨਸ਼ਿਪ ਬਣੇ ਕਿ ਬੰਦਾ ਦੂਸਰੇ ਬੰਦੇ ਨੂੰ ਜਾਣੇ ਐਜ਼ ਅ ਟੀਚਰ, ਜਾਂ ਫਿਰ ਉਹਦੇ ਵਿੱਚ ਉਹ ਨਹੀਂ ਪੂਰਾ ਹੁੰਦਾ, ਪਰ ਆਪਾਂ ਜ਼ਿਆਦਾ ਕਿਸ ਤੇ ਡਿਪੈਂਡ ਹੋ ਜਾਂਦੇ ਆ, ਆਪਾਂ ਨੂੰ ਜਿਵੇਂ ਆਪਣੇ ਲੈਪਟਾਪਸ ਜਾਂ ਫਿਰ ਆਪਣੇ ਜੋ ਆਈਪੈਡਸ, ਮੋਬਾਈਲ ਫੋਨਸ, ਜਿੰਨਾ ਵੀ ਆਪਾਂ ਜੋ ਜ਼ਰੀਆ ਇਸਤੇਮਾਲ ਕਰਦੇ ਆਨਲਾਈਨ ਹੋਣ ਦੇ ਲਈ, ਆਪਾਂ ਉਸ ਤੇ ਡਿਪੈਂਡ ਹੋ ਜਾਂਦੇ ਆ ਜ਼ਿਆਦਾ। In most of the cases, the online preachers will never meet you, will never call you. You have no relationship with them, but only you have a relationship with a device. ਜ਼ਿਆਦਾਤਰ ਕੇਸਾਂ ਦੇ ਵਿੱਚ ਕੀ ਹੁੰਦਾ, ਆਪਾਂ ਕਈ ਵਾਰੀ ਦੇਖੇ ਕਿ ਜੋ ਆਨਲਾਈਨ ਜੋ ਪ੍ਰਚਾਰਕ ਨੇ ਜਿਹੜੇ ਆਪਾਂ ਨੂੰ ਸਿਖਾਉਂਦੇ, ਜਿਨ੍ਹਾਂ ਦਾ ਆਪਾਂ ਸੁਣਦੇ ਆ ਸਮਝਿਆ ਕਿ ਬਹੁਤ ਮੁਸ਼ਕਿਲ ਹੁੰਦਾ ਉਹਨਾਂ ਨੂੰ ਮਿਲਣਾ, ਜਾਂ ਫਿਰ ਉਹ ਆਪਾਂ ਨੂੰ ਕਾਲ ਕਰ ਸਕਣ, ਜਾਂ ਫਿਰ ਆਪਾਂ ਉਹਨਾਂ ਨਾਲ ਗੱਲਬਾਤ ਕਰ ਸਕੀਏ, ਤੇ ਇੱਕ ਪਰਸਨਲ ਲੈਵਲ ਤੇ ਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ। I'm sure that many pastors, I don't want to take the names, especially in India, people are following them, but I would doubt if they really call the person or ask how they are, or let's meet up for a coffee, or are interested in their lives, in their personal lives. I don't think so. ਤੇ ਮੈਂ ਨਹੀਂ ਸੋਚਦਾ ਕਿ ਜਿਹੜੇ ਖਾਸ ਕਰ ਆਪਣੇ ਇੱਥੇ ਇੰਡੀਆ 'ਚ ਜ਼ਿਆਦਾ ਹੈ ਕਿ ਆਪਾਂ ਆਨਲਾਈਨ ਪ੍ਰਚਾਰਕ ਦੂਰ ਨੇ, ਆਨਲਾਈਨ ਚਰਚਿਸ ਦੂਰ ਨੇ, ਤੇ ਆਪਾਂ ਉਹਨਾਂ ਨੂੰ ਸੁਣਦੇ ਹਾਂ, ਤੇ ਮੈਂ ਨਹੀਂ ਸੋਚਦਾ ਕਿ ਇਸ ਤਰੀਕੇ ਹੈ ਕਿ ਪ੍ਰਚਾਰਕਾਂ ਦਾ ਫੋਨ ਆਉਂਦਾ ਹੈ ਜਾਂ ਫਿਰ ਉਹ ਪੁੱਛਦੇ ਆ ਆਪਾਂ ਨੂੰ ਕਿ ਤੁਹਾਡਾ ਕੀ ਹਾਲ ਚਾਲ ਹੈ, ਜਾਂ ਫਿਰ ਉਸ 'ਚ ਕੀ ਮੀਨਸ ਤੁਹਾਡੀਆਂ ਕੀ ਲੋੜਾਂ ਨੇ। ਇੱਕ ਪਰਸਨਲ ਲੈਵਲ ਦੇ ਉੱਪਰ ਆਪਾਂ ਇੱਕ ਦੂਸਰੇ ਨੂੰ ਨਹੀਂ ਜਾਣ ਪਾਉਂਦੇ। And I hear many times people in Cyprus, they say, Ankur Narula is my spiritual father. And when they say to me, I ask them, have you ever spoken to him? Has he ever called you? Does he even know your name? And they say, no. Then how can he be your spiritual father? Spiritual father. ਕੁਝ ਇੰਡੀਅਨਸ ਨੂੰ ਇਸ ਤਰੀਕੇ ਕਹਿੰਦੇ ਕਿ ਅੰਕੁਰ ਨਰੂਲਾ ਜੀ ਮੇਰੇ ਆਤਮਿਕ ਪਿਤਾ ਨੇ, ਤੇ ਮੈਂ ਉਹਨਾਂ ਨੂੰ ਤੇ ਮੈਂ ਉਹਨੂੰ ਕਈ ਵਾਰੀ ਇਹ ਗੱਲ ਪੁੱਛੀ ਕਿ ਕਦੇ ਐਸਾ ਹੋਇਆ ਕਿ ਉਹਨਾਂ ਦਾ ਫੋਨ ਤੁਹਾਡੇ ਕੋਲ ਆਇਆ ਹੋਏ, ਜਾਂ ਫਿਰ ਉਹਨਾਂ ਨੂੰ ਤੁਹਾਡਾ ਨਾਮ ਵੀ ਪਤਾ ਹੋਏ, ਤੁਹਾਡੀ ਦਿੱਕਤ, ਤੁਹਾਡੀ ਮੁਸੀਬਤਾਂ ਬਾਰੇ ਪਤਾ ਹੋਏ, ਜਿਹਦੇ ਬਾਰੇ ਉਹ ਪ੍ਰਾਰਥਨਾ ਤੁਸੀਂ ਕਰਾਉਣਾ ਚਾਹੁੰਦੇ ਹੋ।
ਤੇ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਨਹੀਂ। People are living in a fantasy world. ਤੇ ਇੱਕ ਤੁਸੀਂ ਕਹਿ ਲਓ ਕਿ ਹਾਂ, ਇੱਕ what's ਕਹਾਣੀ ਦੇ ਦੇਸ਼ 'ਚ ਰਹਿ ਰਹੇ ਹੈ ਲੋਕੀ। So Hebrews chapter 10 verses 24 to 25. Sally, you do whatever you want to, but please mute yourself because we can hear some noise. Okay. Hebrews chapter 10 24 25. Aman Kumar. Okay. You आवाज दे नाल। ਅਤੇ ਪ੍ਰੇਮ ਅਤੇ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ ਅਤੇ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ, ਜਿਵੇਂ ਕਈਆਂ ਦਾ ਦਸਤੂਰ ਹੈ, ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉਨਾ ਹੀ ਵਧੇਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਕਿ ਉਹ ਦਿਨ ਨੇੜੇ ਆਉਂਦਾ ਹੈ। Amen, amen. So we see here that gathering is a command, and this gathering is not vague or ambiguous, unclear. It is for a particular group to be gathering together as much as you can, like we are now gathered together. This is not an online platform, but we are using the tool to use this as a church to do one of our things. ਵਚਨ ਆਪਾਂ ਪੜਿਆ ਉਸ 'ਚ ਕਿ ਆਪਾਂ ਨੂੰ ਹਿਦਾਇਤ ਦਿੱਤੀ ਗਈ, ਕਮਾਂਡ ਦਿੱਤੀ ਗਈ ਹੈ ਕਿ ਤੁਸੀਂ ਇਕੱਠੇ ਹੋਣਾ ਨਾ ਛੱਡੋ। ਜਿਵੇਂ ਕਿ ਹੁਣ ਆਪਾਂ ਕਹਿ ਸਕਦੇ ਆਪਾਂ ਸਾਰੇ ਗਰੁੱਪ ਦੇ ਵਿੱਚ ਇਹ ਆਪਾਂ ਡਿਸਕਸ਼ਨ ਕਰ ਰਹੇ ਹਾਂ, ਤੇ ਇੱਕ ਗੈਦਰਿੰਗ ਹੈ, ਇੱਕ ਇਕੱਠਾ ਹੋਣਾ ਹੈ, ਚਾਹੇ ਇੱਕ ਗਰੁੱਪ ਦੇ ਵਿੱਚ। ਇਹਨੂੰ ਕਹਾਂਗੇ ਕਿ ਸਿਰਫ ਆਪਾਂ ਇੱਕ ਪਲੇਟਫਾਰਮ ਯੂਜ਼ ਕੀਤਾ ਆਨਲਾਈਨ, ਬਟ ਇਹ ਆਨਲਾਈਨ ਚਰਚ ਨਹੀਂ ਕਹਿਲਾਏਗਾ। ਤੇ ਉੱਥੇ ਕਿਹਾ ਗਿਆ ਕਿ ਇਹ ਕਮਾਂਡ ਹੈ ਪਰਮੇਸ਼ਰ ਦੀ, ਇਕੱਠਾ ਹੋਣਾ। And you all know me. I have a relationship with you. Hallelujah. ਤੇ ਤੁਸੀਂ ਸਭ ਮੈਨੂੰ ਪਾਸਟਰ ਜੀ ਨੂੰ ਜਾਣਦੇ ਹੋ ਕਿ ਪਾਸਟਰ ਜੀ ਨਾਲ ਇੱਕ ਸਭ ਦਾ ਇੱਕ ਰਿਲੇਸ਼ਨ ਹੈ। You know where I stay. You know about my wife a little bit. You know that I have 4 children. You know what I do. When I come, I see you and I meet you and I talk to you and I give you time. ਕਿ ਮੈਂ ਤੁਹਾਡੇ ਨਾਲ ਗੱਲ ਕਰਦਾ ਤੇ ਤੁਹਾਨੂੰ ਸਮੇਂ ਦੇਣਾ। Hallelujah. So this is not an online church, but this is a church meeting online. You understand me? Can you see the difference? ਹੁਣ ਇੱਕ ਆਨਲਾਈਨ ਚਰਚ ਨਹੀਂ ਚੱਲ ਰਿਹਾ, ਪਰ ਇੱਕ ਆਨਲਾਈਨ ਪਲੇਟਫਾਰਮ ਯੂਜ਼ ਕੀਤਾ ਕਿ ਉਸ ਆਪਣੇ ਜੋ ਕਲੀਸਿਆ ਦੀ ਮੀਟਿੰਗ ਨੂੰ ਕਰਨ ਦੇ ਲਈ। ਸਮਝ ਆ ਗਿਆ ਹੋਵੇਗਾ। So you can choose if you want to have a relationship with the device or if you want to have a relationship with your leader or the church people who are preaching or teaching, whatever, or doing a meeting. ਆਪਣੀ ਚੋਇਸ ਹੈ ਕਿ ਆਪਾਂ ਕੀ ਚਾਹੁੰਦੇ ਹਾਂ, ਕਿ ਸਿਰਫ ਆਪਣੇ ਡਿਵਾਈਸ ਦੇ ਨਾਲ ਹੀ ਉਹ ਇੱਕ ਰਿਸ਼ਤਾ ਸੀਮਿਤ ਹੋਵੇ ਜੋ ਆਪਣੇ ਮੋਬਾਈਲ ਫੋਨਸ ਹੈ ਜਾਂ ਫਿਰ ਜੋ ਵੀ ਆਪਾਂ ਯੂਜ਼ ਕਰਦੇ ਆ, ਜਾਂ ਫਿਰ ਉਸ ਲੀਡਰ ਦੇ ਨਾਲ, ਆਪਣੇ ਅਗੁਵੇ ਦੇ ਨਾਲ ਇੱਕ ਆਪਣਾ ਸੰਬੰਧ ਹੋਏ, ਆਪਣਾ ਕੰਟੈਕਟ ਹੋਏ, ਜੋ ਆਪਾਂ ਨੂੰ ਪ੍ਰਚਾਰ ਕਰਦੇ ਆ, ਜੋ ਆਪਾਂ ਨੂੰ ਟੀਚਿੰਗ ਕਰਦੇ ਸਿਖਾਉਂਦੇ। The second danger is that there is no accountability. ਦੂਸਰਾ ਜੋ ਡੇਂਜਰ ਹੈ ਉਹਦੇ 'ਚ ਕੀ ਹੈ ਕਿ ਉਸ 'ਚ ਕੋਈ ਜਵਾਬਦੇਹੀ ਨਹੀਂ ਹੁੰਦੀ ਆਪਣੀ। जवाब नहीं, हिसाब किताब। जवाब। हालेलुया। मैं सिखा रहा हूँ आपको, लगता है मुझे अभी करना पड़ेगा ट्रांसलेशन, मदद कर रहा हूँ मैं। हालेलुया। So nobody can correct them, nobody can speak into their lives, nobody can guide them. They are free to do what they want, and this is not the will of God. ਜੋ ਸੁਣਨ ਵਾਲੇ ਹਾਂ ਉਹ ਇੱਕ ਤਰ੍ਹਾਂ ਫ੍ਰੀ ਹੈਗੇ, ਆਜ਼ਾਦ ਹੈਗੇ ਕਿ ਉਹਨਾਂ ਨੂੰ ਆਪਣੀ ਅਕਾਊਂਟੇਬਿਲਿਟੀ, ਆਪਣੀ ਕੋਈ ਜਵਾਬ ਦੇ ਨਹੀਂ ਗੇ ਕਿਸੇ ਚੀਜ਼ ਦੇ ਲਈ, ਉਹਨਾਂ ਨੂੰ ਕੋਈ ਅਕਾਊਂਟੇਬਿਲਿਟੀ ਨਹੀਂ ਦੇਣੀ, ਉਹ ਕੁਝ ਵੀ ਕਰ ਸਕਦੇ ਆ, ਮੰਨ ਵੀ ਸਕਦੇ, ਨਹੀਂ ਵੀ ਮੰਨ ਸਕਦੇ। ਤੇ ਇਹ ਪਾਸਟਰ ਨੇ ਕਿਹਾ ਕਿ ਉਹ ਸਮਝਦੇ ਕਿ ਇਹ ਗੱਲ ਚੰਗੀ ਨਹੀਂ ਹੈ ਆਪਣੀ ਗਰੁੱਪ ਕਰਨ ਦੇ ਲਈ। So if there is no accountability, that means there will be no submission to your leaders. ਕਿਉਂਕਿ ਜੇ ਕੋਈ ਆਪਾਂ ਕੋਈ ਕਿਸੇ ਚੀਜ਼ ਦੇ ਲਈ ਜਵਾਬਦੇਹੀ ਨਹੀਂ ਹਾਂ ਤੇ ਉਸ ਦੇ ਵਿੱਚ ਉਹ ਦਿਖਾਉਂਦਾ ਕਿ ਆਪਾਂ ਅਧੀਨਗੀ ਨਹੀਂ ਹੈ, ਆਪਾਂ ਆਪਣੇ ਅਗੁਵੇ ਦੇ ਅਧੀਨਗੀ ਨਹੀਂ ਦਿਖਾ ਰਹੇ। Because whatever you are receiving from the person at the end of the meeting is finished. He's gone to sleep, he will do his own thing and you are doing your own thing. So where is the gathering and the accountability factor or aspect? Nothing. ਕਿਉਂਕਿ ਅੰਤ ਦੇ ਵਿੱਚ ਕੀ ਹੋ ਜਾਏਗਾ, ਜਦੋਂ ਆਨਲਾਈਨ ਜੋ ਸਭਾ ਹੈ ਉਹ ਖਤਮ ਹੋ ਜਾਏਗੀ, ਉਹ ਪਰਸਨ ਜੋ ਆਪਣਾ ਉਹ ਆਪਣੀ ਥਾਂ ਤੇ ਚਲਾ ਜਾਏਗਾ, ਸੋ ਜਾਏਗਾ, ਆਪਾਂ ਆਪਣਾ ਮਤਲਬ ਉਹ ਇੱਕ ਤਰ੍ਹਾਂ ਭੁੱਲ ਜਾਵਾਂਗੇ ਆਪਾਂ, ਤੇ ਨਾ ਤਾਂ ਉਸ 'ਚ ਕੋਈ ਜਵਾਬਦੇਹੀ ਹੋਏਗੀ, ਨਾ ਹੀ ਉਸ 'ਚ ਕੋਈ ਗਰੋਥ ਹੋਏਗੀ, ਨਾ ਹੀ ਕੋਈ ਇੱਕ ਅਧੀਨਗੀ ਆਪਾਂ ਸ਼ੋਅ ਕਰ ਸਕਦੇ ਆ ਕਿ ਆਪਾਂ ਅਧੀਨ ਹਾਂ ਜਾਂ ਨਹੀਂ, ਤੇ ਉਹ ਅੱਗੇ ਨਹੀਂ ਵਧ ਸਕਦੇ। And if you do not have accountability, if you do not have a spiritual covering and you don't have a responsibility to a leader, that is a dangerous place to be in.
ਇੱਕ ਖਤਰਨਾਕ ਜਗ੍ਹਾ ਹੈ ਇਸ ਪੋਜੀਸ਼ਨ ਦੇ ਵਿੱਚ ਹੋਣਾ ਕਿ ਜਿੱਥੇ ਨਾ ਤਾਂ ਆਪਾਂ ਕਿਸੇ ਦੇ ਜਵਾਬ ਦੇ ਆ ਨਾ ਆਪਾਂ ਕਿਸੇ ਦੀ ਅਧੀਨਗੀ ਦੇ ਵਿੱਚ ਆ ਤੇ ਇਹ ਸਭ ਤੋਂ ਖਤਰਨਾਕ ਜਗ੍ਹਾ ਇੱਕ ਉਸ ਥਾਂ ਦੇ ਉੱਪਰ ਹੋਣ ਦੇ ਲਈ And that is what exactly Satan wants. He wants people to be like that so that he can then easily pounce on them. ਤੇ ਇਹ ਸਭ ਤੋਂ ਸ਼ੈਤਾਨ ਇਹੀ ਚਾਹੁੰਦਾ ਆਪਣੀ ਜ਼ਿੰਦਗੀ ਤੇ ਕਿ ਆਪਾਂ ਐਸੀ ਥਾਂ ਦੇ ਉੱਪਰ ਹਮੇਸ਼ਾ ਆਪਾਂ ਉਸੇ ਪੋਜੀਸ਼ਨ ਦੇ ਉੱਪਰ ਉਸੇ ਥਾਂ ਦੇ ਉਸੇ ਲੈਵਲ ਦੇ ਉੱਪਰ ਬਣੇ ਰਹੀਏ ਜਿੱਥੇ ਆਪਾਂ ਨਾ ਅੱਗੇ ਵਧੀਏ ਤੇ ਐਸੀ ਕੋਈ ਚੀਜ਼ ਆਪਾਂ ਨਾ ਸਿੱਖ ਸਕੀਏ Amen. The winner, please read Hebrews chapter 13 verse 14. ਯੈਸ ਇਬਰਾਨੀਆਂ ਦੀ 13ਵਾਂ ਚੈਪਟਰ ਦੀ 14 ਆਇਤ ਪੜਾਂਗਾ ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਹਾਂ ਆਮੀਨ Amen. Hebrews 13:14 English में ये है, have confidence in your leaders and submit to their authority because they keep watch over you as those who must give an account. Do this so that their work will be a joy, not a burden, for that would be of no benefit to you. यही गल आपने पढ़ा? No, this is not a Hebrew 13:14. Oh. Okay. Let Priyanka translate. If somebody can quickly go on internet and look for this thing, if you can, but if not, no problem. So it says, Priyanka translate. I'm sorry about this. I think I took the wrong verse. Have confidence in your leaders. ਬੱਚੇ ਜੀ ਕਹਿੰਦਾ ਕਿ ਆਪਣੇ ਜੋ ਅਗੁਵੇ ਹੈ ਉਹਨਾਂ ਦੇ ਉੱਪਰ ਭਰੋਸਾ ਰੱਖੋ And submit to their authority. ਤੇ ਉਹਨਾਂ ਦੀ ਜੋ ਅਥਾਰਟੀ ਹੈ ਉਹਨਾਂ ਦੇ ਅਧੀਨਗੀ ਵਿੱਚ ਰਹੋ Because they keep watch over you ਕਿਉਂਕਿ ਉਹ ਤੁਹਾਡੀ ਦੇਖਭਾਲ ਕਰਦੇ ਹੈ as those who must give an account. ਉਹਨਾਂ ਵਾਂਗੂ ਜਿਨ੍ਹਾਂ ਨੂੰ ਇੱਕ ਜਵਾਬ ਦੇਣਾ ਪੈਂਦਾ ਹੈ ਪਰਮੇਸ਼ਰ ਦੇ ਅੱਗੇ Do this so that their work will do this. 17 17 है 17 है वो. yes sir हाँ मैं फिनिश करूंगा तो दोबारा पंजाबी विच पढ़ेंगे. So do this so that their work will be a joy and not a burden. ਇਹ ਜੀ ਅਧੀਨਗੀ ਤਾਂ ਕਰਕੇ ਕਰੋ ਕਿਉਂਕਿ ਜੋ ਤੁਹਾਡੇ ਅਗੁਵੇ ਹੈ ਉਹ ਜੋ ਕੰਮ ਕਰ ਰਹੇ ਸੇਵਕਾਈ ਦਾ ਉਹ ਆਨੰਦਿਤ ਹੋ ਕੇ ਕਰ ਸਕਣ ਤੇ ਬਰਡਨ ਨਾ ਹੋਏ ਉਹਨਾਂ ਤੇ For that would be of no benefit to you. ਕਿਉਂਕਿ ਨਹੀਂ ਤਾਂ ਜੀ ਇਸ ਤਰੀਕੇ ਨਹੀਂ ਹੋਏਗਾ ਤੇ ਉਹਦੇ ਨਾਲ ਆਪਣਾ ਕੋਈ ਲਾਭ ਨਹੀਂ ਹੈ Please read in Punjabi now, brother. ਯਾ ਇਬਰਾਨੀਆਂ 13 ਦੀ 17 ਦੇ ਵਿੱਚ ਲਿਖਿਆ ਕਿ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ ਕਿਉਂ ਜੋ ਉਹ ਉਹਨਾਂ ਵਾਂਗੂ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਹਨ ਕਿ ਉਹ ਇਹ ਕੰਮ ਆਨੰਦ ਨਾਲ ਕਰਨ ਨਾ ਹੌਂਕੇ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ ਆਮੀਨ Amen. This is such a protective system God has placed within his church. ਜਾਂ ਇਹਨਾਂ ਪ੍ਰੋਟੈਕਟਿਵ ਕਹਿ ਲੋ ਕਿ ਇਹਨਾਂ ਇੱਕ ਆਪਾਂ ਨੂੰ ਬਚਾਉਣ ਵਾਲਾ ਆਪਣੀ ਰਾਖੀ ਕਰਨ ਵਾਲਾ ਇਸ ਤਰੀਕੇ ਦਾ ਵਚਨ ਪਰਮੇਸ਼ਰ ਨੇ ਦਿੱਤਾ ਹੈ ਕਲੀਸਿਆ ਦੇ ਲਈ ਇੱਕ ਕਲੀਸਿਆ ਦੇ ਅਧੀਨ ਦੀ ਹੋਣ ਲਈ That you have your leader and you submit to them. This is for your protection. ਤੇ ਤਾਂ ਕਿ ਇੱਕ ਤੁਹਾਡਾ ਇੱਕ ਅਗਵਾ ਹੋਏ ਤੇ ਉਸ ਅਗਵੇ ਦੀ ਅਧੀਨਗੀ ਦੇ ਵਿੱਚ ਤੁਸੀਂ ਰਹੋ ਤਾਂ ਕਿ ਤੁਹਾਡੀ ਰਾਖੀ ਹੋਏ Because they also will have to give an account of their job, their duty, their responsibility to God. ਕਿਉਂਕਿ ਜੋ ਆਪਣੇ ਅਗੁਵੇ ਹੈ ਉਹਨਾਂ ਨੇ ਵੀ ਉਹ ਵੀ ਜਵਾਬਦੇਹ ਹੈ ਉਹਨਾਂ ਨੇ ਵੀ ਲੇਖਾ ਦੇਣਾ ਹੈ ਪਰਮੇਸ਼ਰ ਨੂੰ ਆਪਣੇ ਕੰਮਾਂ ਦਾ ਜੋ ਕਰਦੇ ਹੈ Example, me, whatever I'm doing with you, I'm teaching you, trying to encourage you, trying to take you forward. All these things I have to give an account to God, how I'm doing it. ਇੱਕ ਉਦਾਹਰਨ ਦੇਖਦੇ ਹਾਂ ਕਿ ਜਿਵੇਂ ਪਾਸਟਰ ਜੀ ਨੇ ਆਪਣਾ ਉਦਾਹਰਨ ਦਿੱਤਾ ਕਿ ਜਿਵੇਂ ਆਪਾਂ ਨੂੰ ਸਿਖਾ ਰਹੇ ਤੇ ਆਪਾਂ ਨੂੰ ਅੱਗੇ ਲੈ ਕੇ ਜਾ ਰਹੇ ਤੇ ਉਹਦੀ ਹਰ ਇੱਕ ਚੀਜ਼ ਦਾ ਕਿ ਆਪਾਂ ਨੂੰ ਕਿਸ ਤਰੀਕੇ ਨਾਲ ਸਿਖਾਉਂਦੇ ਕੀ ਚੀਜ਼ਾਂ ਸਿਖਾਉਂਦੇ ਉਹ ਸਭ ਦੇ ਲਈ ਉਹ ਜਵਾਬਦੇਹ ਹੋਣਗੇ ਇੱਕ ਲੇਖਾ ਦੇਣਾ ਪਏਗਾ ਉਹਨਾਂ ਨੂੰ ਪਰਮੇਸ਼ਰ ਦੇ ਅੱਗੇ So when you are stuck to your screen, nobody can help you. They cannot help you as much your leader will do who is in your who is having a relationship with you. ਜਦੋਂ ਤੱਕ ਇਹ ਕਿ ਜਿਵੇਂ ਆਪਾਂ ਮੰਨ ਲਓ ਸਕਰੀਨ ਤੇ ਚਿਪਕੇ ਹੋਏ ਆ ਤੇ ਉਹਦੇ ਨਾਲ ਹੀ ਆਪਾਂ ਸਿਰਫ ਆਨਲਾਈਨ ਹੀ ਸੁਣ ਰਹੇ ਆ ਤੇ ਆਪਣਾ ਜੋ ਅਗੁਵਾ ਜਿਹਦੀ ਆਪਾਂ ਸੁਣਦੇ ਆ ਮੰਨ ਲਓ ਆਨਲਾਈਨ ਕਿਸੇ ਨੂੰ ਆਪਾਂ ਸੁਣ ਰਹੇ ਤੇ ਉਹ ਆਪਣੀ ਮਦਦ ਨਹੀਂ ਕਰ ਸਕਦਾ ਤੇ ਇਹ ਵਾਲਾ ਵਚਨ ਉਸ ਚੀਜ਼ ਦੇ ਵਿੱਚ ਪੂਰਾ ਨਹੀਂ ਹੋ ਸਕਦਾ So you need to be under the covering of a leader and you need to love your leader. And I know many times leaders are not perfect. They will make mistakes, but that will be your test to still love them. And of course, if I make a mistake, you know me,
and I'm teaching this to everybody. If we make a mistake, we have to be humble and we say sorry and we move on. So do not accuse your leader if they make a mistake, but I believe with humbleness they will say sorry. If they don't say sorry, then of course you can come to me and I will deal with the situation. ਤਾਂ ਕਰਕੇ ਜੋ ਆਪਣੇ ਅਗੁਏ ਹੈ ਆਪਾਂ ਨੂੰ ਉਹਨਾਂ ਦੇ ਨਾਲ ਹਮੇਸ਼ਾ ਪ੍ਰੇਮ ਰੱਖਣਾ ਹੈ, ਪ੍ਰੇਮ ਦੇ ਵਿੱਚ ਰਹਿਣਾ ਹੈ ਤੇ ਉਹਨਾਂ ਦੀ ਅਧੀਨਗੀ 'ਚ ਰਹਿਣਾ ਹੈ। ਤੇ ਜੇ ਕੋਈ, ਜਿਵੇਂ ਪਾਸਟਰ ਜੀ ਨੇ ਸਮਝਾਇਆ ਕਿ ਜੇ ਕੋਈ ਗਲਤੀ ਹੋ ਵੀ ਜਾਏ, ਕਿਉਂਕਿ ਅਗੁਆ ਵੀ ਕੋਈ ਉਹ ਨਹੀਂ ਹੈ ਕਿ ਬਿਲਕੁਲ ਉਹ ਪਰਫੈਕਟ ਨੇ, ਹੋ ਸਕਦਾ ਉਹਨਾਂ ਤੋਂ ਵੀ ਕੁਝ ਗਲਤੀ ਹੋ ਜਾਏ, ਤੇ ਆਪਣੇ ਆਪ ਨੂੰ ਜੋ ਇੱਕ ਅਗੁਆ ਹੈ ਉਹ ਉਸ ਨੂੰ ਹੰਬਲ ਹੋ ਕੇ ਉਹਦੇ ਲਈ ਸੌਰੀ ਕਹਿ ਸਕਦਾ, ਮਾਫੀ ਮੰਗ ਸਕਦਾ ਹੈ, ਤੇ ਆਪਾਂ ਨੂੰ ਪਰ ਆਪਣਾ ਪ੍ਰੇਮ ਫਿਰ ਵੀ ਬਣਾ ਕੇ ਰੱਖਣਾ ਹੈ, ਬੇਸ਼ੱਕ ਉਹਨਾਂ ਤੋਂ ਚਾਹੇ ਕੋਈ ਗਲਤੀ ਹੋ ਵੀ ਜਾਏ। Online church does not give you any protection, does not give you any security. But Hebrews chapter 13 verse 17, when you have a leader, when you have your agua, he is the best person to help you, to put his hand around you, to pray for you, and to just bless you. That is beautiful. ऑनलाइन जो चर्चेस है ਉਹਦਾ ਜੋ ਅਗਵਾ ਹੈ, ਮੰਨ ਲਓ ਉਹ ਆਪਾਂ ਨੂੰ ਇਸ ਤਰ੍ਹਾਂ ਦੀ ਪ੍ਰੋਟੈਕਸ਼ਨ ਆਪਾਂ ਨੂੰ ਉਸ ਤੋਂ ਨਹੀਂ ਮਿਲ ਸਕਦੀ, ਕਿਉਂਕਿ ਆਪਾਂ ਆਪਸ 'ਚ ਗੱਲਬਾਤ ਨਹੀਂ ਕਰ ਸਕਦੇ, ਤੇ ਪਰ ਜੋ ਆਪਣਾ ਅਗਵਾ ਹੈ, ਜੋ ਇੱਕ ਕਲੀਸਿਆ ਦਾ ਜਿੱਥੇ ਆਪਾਂ ਜਾਂਦੇ ਆ, ਉਹਦਾ ਕਲੀਸਿਆ ਆਪਣੇ ਹਮੇਸ਼ਾ ਨਾਲ ਰਹਿ ਸਕਦਾ, ਆਪਾਂ ਨੂੰ ਸਪੋਰਟ ਕਰ ਸਕਦਾ, ਮਦਦ ਕਰ ਸਕਦਾ ਮੁਸ਼ਕਿਲ ਸਮੇਂ ਦੇ ਵਿੱਚ, ਤੇ ਆਪਣੀ ਰਾਖੀ ਹੋ ਸਕਦੀ ਹੈ ਇਸ ਵਚਨ ਦੁਆਰਾ। Amen. The third one is the online church will not develop your calling and your ministry. ਜੋ ਤੀਸਰਾ ਡੇਂਜਰ ਹੈ ਜਿਹਦੇ ਆਨਲਾਈਨ ਚਰਚਿਸ ਆ, ਉਹ ਹੈ ਕਿ ਉਹਦੇ ਨਾਲ ਕੀ ਆਪਣੀ ਡਿਵੈਲਪਮੈਂਟ, ਆਪਣੀ ਗਰੋਥ ਨਹੀਂ ਹੋਏਗੀ, ਜੋ ਆਪਣੀ ਬੁਲਾਹਟ ਹੈ ਪਰਮੇਸ਼ਰ ਦੀ, ਆਪਾਂ ਉਹਨੂੰ ਪਛਾਣ ਨਹੀਂ ਸਕਾਂਗੇ, ਉਸ 'ਚ ਵੱਧ ਨਹੀਂ ਸਕਾਂਗੇ ਆਪਣੀ ਸੇਵਕਾਈ ਦੇ ਵਿੱਚ, ਆਪਣੀ ਬੁਲਾਹਟ ਦੇ ਵਿੱਚ। Because the online churches come, receive. I have the prophecy. I can pray for you. I have the word for you. I have got this for you. I have got that for you. You have no platform to share your gift that God has given you, or to be trained and for you to develop. ਕਿ ਜੋ ਆਨਲਾਈਨ ਚਰਚਿਸ ਹੈ ਉਹ ਹਮੇਸ਼ਾ ਐਵੇਂ ਕਹਿੰਦੇ ਕਿ ਆਓ ਇੱਥੋਂ ਆ ਕੇ ਵਚਨ ਸੁਣੋ, ਤੇ ਇੱਥੋਂ ਆ ਕੇ ਆਪਣੇ ਪ੍ਰੋਫੈਸੀਜ਼ ਲਓ, ਤੁਹਾਡੇ ਲਈ ਕੋਈ ਪ੍ਰੋਫੈਸੀਜ਼ ਹੋਏਗੀ, ਤੁਹਾਨੂੰ ਇੱਕ ਵਚਨ ਦਿੱਤਾ ਜਾਏਗਾ, ਤੁਹਾਡੇ ਲਈ ਪ੍ਰਾਰਥਨਾ ਕੀਤੀ ਜਾਏਗੀ, ਪਰ ਉਹ ਐਸਾ ਪਲੇਟਫਾਰਮ ਉੱਥੇ ਆਪਾਂ ਨੂੰ ਨਹੀਂ ਮਿਲੇਗਾ ਕਿ ਆਪਾਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕੀਏ, ਜਾਂ ਫਿਰ ਆਪਾਂ ਆਪਣੇ ਜੋ ਆਪਾਂ ਨੂੰ ਪਰਮੇਸ਼ਰ ਨੇ ਗਿਫਟ ਦਿੱਤੇ ਹੈ, ਵਰਦਾਨ ਦਿੱਤੇ ਹੈ, ਉਹ ਡਿਵੈਲਪ ਹੋ ਸਕਣ, ਉਹ ਗਰੋ ਕਰ ਸਕਣ, ਆਪਣੀ ਬੁਲਾਹਟ ਦੇ ਵਿੱਚ ਆਪਾਂ ਵੱਧ ਸਕੀਏ। ਐਸਾ ਕੋਈ ਪਲੇਟਫਾਰਮ ਟ੍ਰੇਨਿੰਗ ਦੇ ਲਈ ਆਪਾਂ ਨੂੰ ਨਹੀਂ ਮਿਲੇਗਾ। And you know, of course, I can take our example of House of Glory Church, how people have been growing, how people have been developing, how people have been going forward in so many aspects of ministry and serving the Lord. ਆਪਾਂ ਸਭ ਤੋਂ ਵਧੀਆ ਉਦਾਹਰਨ ਦੇਖ ਸਕਦੇ ਆ ਕਿ ਹਾਊਸ ਆਫ ਗਲੋਰੀ ਚਰਚ ਦਾ ਕੇਸ, ਕਲੀਸਿਆ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਲੋਕੀ ਆਏ, ਕਿਵੇਂ ਉਹ ਅੱਗੇ ਵਧੇ, ਕਿਵੇਂ ਆਪਣੇ ਜੋ ਉਹਨਾਂ ਨੇ ਗਰੋ ਕੀਤਾ, ਆਤਮਾ ਦੇ ਵਿੱਚ ਗਰੋਥ ਕੀਤੀ, ਆਪਣੇ ਗਿਫਟਸ ਨੂੰ ਡਿਵੈਲਪ ਕੀਤਾ ਤੇ ਅੱਗੇ ਵਧੇ। And our church is a living testimony and a role model, how people have grown, how people have been just going forward within this let me say 3 years, even though it's not 3 years yet, it's going to become soon. In these 3 years, from where we have come from is just amazing. Hallelujah. ਆਪਣੀ ਕਲੀਸਿਆ ਦਾ ਉਦਾਹਰਨ ਦੇਣਾ ਚਾਹੂੰਗਾ ਕਿ ਆਪਾਂ ਸਾਰਿਆਂ ਨੇ ਦੇਖਿਆ ਕਿ ਆਪਾਂ ਕਿਵੇਂ ਕਿਵੇਂ ਜੁੜੇ, ਕਿਵੇਂ ਆਏ ਤੇ ਗਰੋ ਕੀਤਾ ਤੇ ਡਿਵੈਲਪ ਹੋਏ ਆਪਣੀ ਬੁਲਾਹਟ ਦੇ ਵਿੱਚ। ਸਭ ਨੇ ਸਿੱਖਿਆ ਇਹਨਾਂ 3 ਸਾਲਾਂ ਦੇ ਵਿੱਚ ਜੋ ਕਿ ਹੋਣ ਵਾਲੇ ਆ ਪੂਰੇ, ਤੇ ਬਹੁਤ ਹੀ ਵਧੀਆ ਚੀਜ਼ ਸੀਗੀ। People who never prayed are praying. People who never preached are praying. People who never really gave a speech or shared something in front of public, they are doing things. People who are not even literate, they are unpad. It doesn't matter. God has been using them, and this is beautiful, beautiful. ਬਹੁਤ ਸੋਹਣਾ ਲੱਗਿਆ ਇਹ ਵੇਖ ਕੇ ਕਿ ਆਪਾਂ ਦੇਖਿਆ ਕਿ ਆਪਣੀ ਕਲੀਸਿਆ 'ਚ ਐਸੇ ਵੀ ਜੋ ਕਦੇ ਕਿਸੇ ਇੱਕ ਬੰਦੇ ਦੇ ਸਾਹਮਣੇ ਨਹੀਂ ਬੋਲ ਸਕਦੇ ਸੀ, ਹੁਣ ਉਹ ਪਬਲਿਕਲੀ ਪ੍ਰਭੂ ਦੇ ਬਾਰੇ ਖੜੇ ਹੋ ਕੇ ਬੋਲਦੇ, ਆਪਣੀ ਗਵਾਹੀਆਂ ਦਿੰਦੇ ਆ, ਜਾਂ ਫਿਰ ਕਹਿ ਲਓ ਕੁਛ ਐਸੇ ਸੀਗੇ ਕਿ ਇਹਨਾਂ ਦੀ ਬਿਲਕੁਲ ਹੀ ਜ਼ਿੰਦਗੀ ਬਿਲਕੁਲ ਉਲਟੀ ਸੀਗੀ, ਕਿੱਥੇ ਹੋ ਰਹੀ ਸੀਗੀ, ਪਰ ਉਹ ਆਏ ਤੇ ਉਹਨਾਂ ਨੇ ਸੇਵਕਾਈ ਦਾ ਕੰਮ ਸ਼ੁਰੂ ਕੀਤਾ ਤੇ ਇੱਥੇ ਉਹ ਵਧੇ। I remember the first sermon Bakshish preached in who was that lady, the Goa lady, I can't remember. Pastor Daigo was in that house. Priscilla. It was first preaching of Sunny. It was first preaching of Bakshish there with us. And I think also Davinder, I think if I'm right, it's amazing. It was the first preaching and I can remember that.
it was just amazing to be in that meeting, and God really did powerful things in there. It was very, very, very powerful. So we have come a long way. House of Glory Punjabi Church has come a long way. You have been taught well, you have been sort of grounded well, and you have been growing and growing and growing. And people who see you, like Pastor Baldev yesterday said to me, wow, these people have grown. And it is a compliment for me. Praise God. मैं आपको याद कराया कि वो पहली आप याद है कलीसिया ने वो प्रचार जो कि एक मैसेज जो बख्शीश ने दविंदर ने सब ने शेयर किया उस समय ਦੇ सनी भी था। सनी ने शेयर किया ਤੇ ਇਹਨਾਂ ਸਭ ਦੀ ਲਾਈਫ ਆਪਾਂ ਦੇਖੀਏ ਤੇ ਕਿੱਥੇ ਲੈ ਕੇ ਕਿੱਥੇ ਤੱਕ ਪਹੁੰਚ ਗਈ ਕਿ ਹੌਲੀ ਹੌਲੀ ਉਹ ਗਰੋ ਕਰਦੇ ਗਏ ਤਾਂ ਜਿੰਨੇ ਬਦਲ ਚੁੱਕੇ ਹੈ ਸਭ ਕੁਝ ਆਪਾਂ ਇਹਨਾਂ ਬਦਲਾਅ ਦੇਖਿਆ ਇਸ ਕਲੀਸਿਆ ਦੇ ਵਿੱਚ ਹੁੰਦੇ ਸਾਰੇ ਸਮੇਂ ਦੇ ਵਿੱਚ ਤੇ ਪਾਸਟਰ ਬਲਦੇਵ ਵਾਲੀ ਵੀ ਗੱਲ ਉਹਨਾਂ ਨੇ ਦੱਸੀ ਕਿ ਉਹਨਾਂ ਨੇ ਕਿਹਾ ਕਿ ਵਾਹ ਕਿ ਇੰਨੇ ਛੋਟੇ ਜਿਹੇ ਸਮੇਂ ਦੇ ਵਿੱਚ ਕਿ ਲੋਕਾਂ ਦੀ ਲਾਈਫ ਇੰਨੀ ਚੇਂਜ ਹੋ ਜਾਣੀ ਇੰਨੀ ਬਦਲੀ ਹੈ ਕਿਉਂਕਿ ਗਰਾਊਂਡ ਹੋਇਆ ਉੱਥੇ ਵਧਦੇ ਜਾ ਰਹੇ ਹੋਰ ਵੀ ਗਰੋ ਕਰ ਰਹੇ ਹੈ Amen. Pastor Johnny, can you mute Seema auntie? Seema auntie, okay. Hallelujah. Praise Lord. Seema. Mute. गलती से मैं उसको होस्ट करने वाला था, चलो म्यूट ही किया. Praise the Lord. Sister Raman, please read Psalm 133, Zabur. रमनदीप या रमन कुमार, मुझे याद नहीं. अमनदीप लगता है ना, सॉरी अमनदीप. नहीं, रमन की वाइफ है ना, था जबूर के लिए. ओके. अमनदीप नहीं ਉਹਨਾਂ ਨੂੰ ਵੀਰੇ ਦੂਸਰਾ ਜ਼ਬੂਰ ਦਿੱਤਾ हाँ ਕੋਈ ਹੋਰ अमनदीप को दिया था. अमनदीप को ਹਾਂ 133 ਮੈਨੂੰ ਦਿੱਤਾ ਗਿਆ ਸੀ. हाँ ਜ਼ਬੂਰ 133 ਭਰਾਵਾਂ ਦਾ ਮੇਲ ਜੋਲ. ਵੇਖੋ ਕਿੰਨਾ ਚੰਗਾ ਤੇ ਸੋਹਣਾ ਹੈ ਭਾਈ ਭਰਾ ਮਿਲ ਜੁਲ ਕੇ ਵਸਣ. ਇਹ ਉਸ ਖਾਲਸ ਤੇਲ ਦੀ ਨਿਆਈ ਹੈ ਜਿਹੜਾ ਸਿਰ ਤੋਂ ਚੋਕ ਕੇ ਦਾੜੀ ਉੱਤੇ ਅਰਥਾਤ ਹਰੂਨ ਦੀ ਦਾੜੀ ਉੱਤੇ ਉਤਰਿਆ ਅਤੇ ਉਸ ਦੀ ਪੁਸ਼ਾਕ ਦੀ ਕੋਰ ਤੀਕ ਪੂਜਿਆ. ਹਰਮੋਨ ਦੀ ਤੇਲ ਦੀ ਨਿਆਈ ਜੋ ਸਿਜੋਨ ਦੇ ਪਹਾੜ ਉੱਤੇ ਚੋਂਦੀ ਹੈ ਤਾਂ ਉੱਥੇ ਯਹੋਵਾ ਨੇ ਬਰਕਤ ਦਾ ਅਰਥਾਤ ਸੰਦੀਪਕ ਜੀਵਨ ਦਾ ਹੁਕਮ ਦਿੱਤਾ ਹੈ. Amen. It says here how pleasant it is when God's people dwell in unity, and then it talks about the anointing that comes down from the beard of Aaron, and then it goes down to his collar and to his robe. I have preached on this. It is the anointing that comes from the leadership to the second layer of leadership, then the third layer of leadership, and then to the congregation. And this is something we need to understand. This is how God works. ਆਪਾਂ ਜੋ ਭਜਨ ਸੰਹਿਤਾ ਪੜਿਆ ਇਹਦੇ ਚ ਆਪਾਂ ਦੇਖਿਆ ਕਿ ਇੱਕ ਜਦੋਂ ਆਪਾਂ ਇਕੱਠੇ ਹੁੰਨੇ ਆ ਤੇ ਇੱਕ ਅਨੋਇੰਟਿੰਗ ਪੈਂਦੀ ਹੈ ਉਹਦੇ ਚ ਅਨੋਇੰਟਿੰਗ ਨਿਕਲਦੀ ਹੈ ਜੋ ਕਿ ਮਸਾ ਨਿਕਲਦਾ ਜੋ ਕਿ ਇੱਕ ਜੋ ਆਪਣੇ ਅਗਵੇ ਦੇ ਉੱਪਰੋਂ ਹੋ ਕੇ ਜੋ ਦੂਸਰੇ ਲੈਵਲ ਦੇ ਜੋ ਉਸ ਤੋਂ ਥੱਲੇ ਫਿਰ ਤੀਸਰੇ ਲੈਵਲ ਤੇ ਇਸ ਤਰੀਕੇ ਉਹ ਕਲੀਸਿਆ ਤੱਕ ਪਹੁੰਚਦਾ ਹੈ ਜੋ ਕੌਂਗਰੀਗੇਸ਼ਨ ਹੈ ਜੋ ਕਲੀਸਿਆ ਦੇ ਉੱਪਰ ਉਹ ਮਸਾ ਕੇ ਠਹਿਰ ਜਾਂਦਾ ਹੈ ਤੇ ਇਹਦੇ ਚ ਪਾਸਟਰ ਜੀ ਨੇ ਆਪਾਂ ਨੂੰ ਬਹੁਤ ਸਿਖਾਇਆ ਹੈ ਕਿ ਇੱਕ ਮਸਾ ਕਿਵੇਂ ਫਲੋ ਕਰਦਾ ਹੈ ਉਹਦੇ ਉੱਪਰ ਵੀ. So if you are in that right place, the anointing will flow through you and you will be developed and you will grow. But you come out of that place and position, God cannot bless you because that is his procedure. That is his system of sending the anointing. He's sending it on me first and then it comes on all of you. Or say Pastor Vicky, Harun and me and Daigo and Baldev, then it comes to the frontline team, then it goes to the helpers, then it goes to the encouragers, then it comes to the other congregation. You need to be in your place. Just because you are a helper, your frontline team, it doesn't mean the Masa will come. You also need to be in the right place, in that position. Otherwise, you will not flow in the Masa. God cannot bless disobedience. ਕਿ ਕਹਿ ਲਓ ਕਿ ਇੱਕ ਆਪੀ ਇੱਦੀ ਗੱਲ ਹੈ ਕਿ ਜੋ ਇਹ ਮਸਾ ਹੈ ਉਹ ਕਿਸ ਤਰੀਕੇ ਫਲੋ ਕਰਦਾ ਹੈ ਕਿ ਜਦੋਂ ਤੱਕ ਆਪਾਂ ਆਪਣੀ ਕੋਈ ਵੀ ਹੈ ਉਹ ਸਹੀ ਪੋਜੀਸ਼ਨ ਦੇ ਵਿੱਚ ਨਾ ਹੋਏ. ਮੰਨ ਲਓ ਜੇ ਆਪਾਂ ਕਲੀਸਿਆ ਦੇ ਵਿੱਚ ਆਪਾਂ ਆਪਣੇ ਪੋਜੀਸ਼ਨ ਤੋਂ ਹਟ ਗਏ ਜਾਂ ਫਿਰ ਉੱਥੋਂ ਛੱਡ ਕੇ ਚਲੇ ਗਏ ਤੇ ਫਿਰ ਆਪਾਂ ਉਸ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਮਸਾ ਆਪਣੇ ਉੱਪਰ ਆਏਗਾ ਆਪਾਂ ਮਸਾ ਨੂੰ ਰਿਸੀਵ ਕਰਾਂਗੇ ਕਿਉਂਕਿ ਆਪਾਂ ਪੋਜੀਸ਼ਨ ਤੋਂ
ਬਾਹਰ ਹਾਂ, ਜਿਵੇਂ ਪਾਸਟਰ ਜੀ ਨੇ ਐਗਜ਼ਾਮਪਲ ਦਿੱਤਾ ਕਿ ਪਾਸਟਰ ਜੀ, ਫਿਰ ਵਿੱਕੀ ਪਾਸਟਰ ਹੈਗੇ, ਡਿਆਗੋ ਪਾਸਟਰ, ਉਸ ਤੋਂ ਬਾਅਦ ਜੋ ਜਿਨ੍ਹਾਂ ਨੂੰ ਕਲੀਸਿਆ ਦੇ ਵਿੱਚ ਫਰੰਟ ਲਾਈਨ ਟੀਮ ਜੋ ਸਾਰੇ ਠਹਿਰਾਏ ਗਏ ਨੇ ਉਹਨਾਂ ਦੀ ਅਧੀਨਗੀ ਦੇ ਵਿੱਚ, ਤੇ ਉਹਨਾਂ ਦੇ ਉੱਪਰ ਉਹ ਮਸਾ ਫਲੋ ਕਰੇਗਾ। ਪਰ ਜੇ ਆਪਾਂ ਚਰਚ ਨੂੰ ਛੱਡ ਕੇ ਜਾਣਾ ਜਾਂ ਫਿਰ ਉਸ ਪਲੇਸ ਤੋਂ, ਉਸ ਲੋਕੇਸ਼ਨ ਤੋਂ ਬਾਹਰ ਹੁੰਨੇ ਤੇ ਮਸਾ ਆਪਣੇ ਉੱਪਰ ਆਪਾਂ ਨਹੀਂ ਰਿਸੀਵ ਕਰ ਸਕਦੇ। ਤੇ ਪਾਸਟਰ ਜੀ ਨੇ ਕਿਹਾ ਕਿ ਇੱਕ ਪਰਮੇਸ਼ਰ ਦੇ ਵੱਲੋਂ ਨਿਯੁਕਤ ਕੀਤਾ ਗਿਆ ਪ੍ਰੋਸੀਜਰ ਹੈ ਮਸਾ ਦੇ ਫਲੋ ਹੋਣ ਦਾ, ਇਸੇ ਪ੍ਰੋਸੀਜਰ ਦੇ ਅਕੋਰਡਿੰਗ ਮਸਾ ਫਲੋ ਹੁੰਦਾ ਹੈ। So when you do online church, there is no system like this for you to get blessed, because the system is the preacher will preach online. Come, I have got 1 million subscribers, 1 million viewers. He will maybe even ask money, maybe, I don't know, and he will give you the words and he's gone. You cannot grow in your calling and in your ministry. You are going to be a loser. ਆਨਲਾਈਨ ਜੋ ਚਰਚਿਸ ਹੈ ਉਹਨਾਂ ਦੇ ਵਿੱਚ ਆਪਾਂ ਨੂੰ ਐਸਾ ਪਲੇਟਫਾਰਮ ਨਹੀਂ ਮਿਲ ਸਕਦਾ ਕਦੇ ਵੀ ਕਿ ਆਪਾਂ ਗਰੋ ਕਰ ਸਕੀਏ ਆਪਣੀ ਬੁਲਾਹਟ ਦੇ ਵਿੱਚ, ਆਪਣੇ ਜੋ ਵਰਦਾਨ ਹੈ ਉਹਨਾਂ ਦੇ ਵਿੱਚ ਆਪਾਂ ਗਰੋ ਨਹੀਂ ਕਰ ਸਕਦੇ, ਕਿਉਂਕਿ ਉੱਥੇ ਕੀ ਹੈ, ਉੱਥੇ ਜੋ ਪ੍ਰਚਾਰਕ ਹੈ ਸਿਰਫ ਉਹੀ ਕਹਿ ਲਓ ਕਿ ਪ੍ਰਚਾਰ ਕਰੇਗਾ, ਉਹੀ ਬੁਲਾਏਗਾ। ਹੋ ਸਕਦਾ ਹੈ ਕਿਤੇ ਕਿਤੇ ਐਵੇਂ ਵੀ ਹੋਏ ਕਿ ਕੁਝ ਪੈਸੇ ਲੈਂਦੇ ਹੋਣ ਤੇ ਉੱਥੇ ਕਿਹਾ ਜਾਂਦਾ ਹੈ ਕਿ ਆਓ ਤੁਹਾਡੇ ਲਈ ਤੁਹਾਨੂੰ ਪ੍ਰੋਫੈਸਿਸ ਦਿੱਤੀ ਜਾਏਗੀ, ਤੁਹਾਨੂੰ ਇੱਕ ਵਚਨ ਦਿੱਤਾ ਜਾਏਗਾ ਤੁਹਾਡੇ ਲਈ, ਤੇ ਇਸ ਤਰੀਕੇ ਵੀ ਹੋ ਸਕਦਾ ਹੈ, ਪਰ ਉੱਥੇ ਆਪਣੀ ਗਰੋਥ ਦੇ ਲਈ ਕੋਈ ਪਲੇਟਫਾਰਮ ਨਹੀਂ ਮਿਲੇਗਾ। There will be no opportunity to pray. There will be no opportunity to share a little preaching of the word. There will be no opportunity for leading a little bit of worship. There will be no opportunity for all these things. It is just a selfish thing. Come, I give you. And people who have got itchy ears, the Bible says they want to hear the prophets, because these people are prophesying good things, prosperity all the time. ਇੱਥੇ ਕੀ ਹੈ ਕਿ ਆਪਾਂ ਜੋ ਪਾਸਟਰ ਜੀ ਨੇ ਆਪਾਂ ਨੂੰ ਸਮਝਾਇਆ ਕਿ ਉੱਥੇ ਕੀ ਹੈ, ਜੋ ਪਾਸਟਰਸ ਹੈਗੇ ਜਾਂ ਫਿਰ ਜੋ ਪ੍ਰਚਾਰਕ, ਉਹ ਸਿਰਫ ਉਹ ਇੱਕ ਤਰਫਾ ਹੀ ਰਿਲੇਸ਼ਨਸ਼ਿਪ, ਉਹ ਸਿਰਫ ਕਹਿਣਗੇ ਕਿ ਤੁਸੀਂ ਆਓ ਤੇ ਤੁਹਾਨੂੰ ਸ਼ਬਦ ਦਿੱਤਾ ਜਾਏਗਾ, ਪ੍ਰੋਫੈਸਿਸ ਦਿੱਤੀਆਂ ਜਾਣਗੀਆਂ। ਤੇ ਕੁਝ ਇੱਕ ਐਸੇ ਵੀ ਹੈਗੇ ਆ ਪਰਸਨਸ ਕਹਿ ਲਓ, ਲੋਕੀ ਕਿ ਜਿਹੜੇ ਇਚੀ ਈਅਰਸ ਮੀਨਸ ਕਿ ਜਿਨ੍ਹਾਂ ਦੇ ਜੋ ਕੰਨ ਦੇ ਕੱਚੇ ਹੈ, ਤੇ ਜੋ ਇਸ ਤਰੀਕੇ ਚਾਹੁੰਦੇ ਕਿ ਸਾਨੂੰ ਸਿਰਫ ਮੀਨਸ ਪ੍ਰੋਫੈਸਿਸ ਮਿਲੇ, ਸਾਡੇ ਲਈ ਕੁਝ ਨਾ ਕੁਝ ਬੋਲਿਆ ਜਾਏ, ਸਾਨੂੰ ਇੱਕ ਸ਼ਬਦ ਦੇ ਦਿੱਤਾ ਜਾਏ, ਤੇ ਉਸ ਚੱਕਰ ਦੇ ਵਿੱਚ ਉੱਥੇ ਜਾਂਦੇ ਆ, ਪਰ growth ਦੇ ਲਈ ਨਹੀਂ। Amen, amen. And don't get me wrong, I'm not against prophecies. As you know, we are a very biblical church, believing in all the gifts of the Holy Spirit. We believe in the fivefold ministries. In fact, we did a teaching just last week. We believe in all that, but in a proper context, in a proper setting, within the order of the Holy Spirit. ਮੈਨੂੰ ਪਾਸਟਰ ਜੀ ਕਹਿ ਰਹੇ ਕਿ ਇਸ ਚੀਜ਼ ਨੂੰ ਗਲਤ ਨਾ ਸਮਝਣਾ ਨਹੀਂ ਹੈ, ਕਿਉਂਕਿ ਉਹ ਵਿਰੋਧ 'ਚ ਨਹੀਂ ਗਏ। ਜੋ ਆਨਲਾਈਨ ਚਰਚਿਸ ਹੈ ਉਹਨਾਂ ਦੀ ਖਿਲਾਫਤ ਨਹੀਂ ਹੈ, ਸਿਰਫ ਇਹ ਕਿਹਾ ਗਿਆ ਕਿਉਂਕਿ ਜੋ ਇੱਕ ਸੈਟਿੰਗ ਤੋਂ ਬਾਹਰ ਜਾਣਾ, ਕਿ ਜੋ ਲੋਕਲ ਕਲੀਸਿਆ ਆਪਣੀ ਜੋ ਵੀ, ਤੇ ਉਹਦੇ ਵਿੱਚ ਜੋ ਇੱਕ ਸੈਟਿੰਗਸ ਹੈ, ਇੱਕ ਪ੍ਰੋਸੀਜਰ ਹੈ, ਇੱਕ ਆਰਡਰ ਹੈ, ਉਹਨੂੰ ਮੇਨਟੇਨ ਰੱਖਣਾ ਜ਼ਰੂਰੀ ਹੈ, ਤੇ ਉਹ ਆਨਲਾਈਨ ਚਰਚਿਸ ਦੇ ਵਿੱਚ ਨਹੀਂ ਹੈ। Amen. Aman Mattu, please read 2 Peter 2:10. पास्टर जी, तो पतरस 2:10 ਪਰ ਬਹੁਤ ਕਰਕੇ ਉਹਨਾਂ ਨੂੰ ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁੱਛ ਜਾਣਦੇ ਹਨ, ਉਹ ਢੀਠ ਅਤੇ ਮਨਮਤੀ ਹਨ। 2 Peter 2:10. 2 Peter 2 पत्रस। यस पास्टर जी। 2:10 जी यही है। पढ़ो दोबारा। ਪਰ ਬਹੁਤ ਕਰਕੇ ਉਹਨਾਂ ਨੂੰ ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁੱਛ ਜਾਣਦੇ ਹਨ। No. This is what I am reading in English. Therefore, my brothers and sisters, make every effort to confirm your calling and election. आपकी बुलावट. For if you do these things, you will never stumble. Yes, scripture की 2 Peter। वो 1:10 है पास्टर जी। 1:10 है। जी। Oh, sorry. आज क्या हो रहा है मुझे? लगता है मैं ज्यादा एक्साइटमेंट में था इसलिए। ਇਸ ਕਾਰਨ ਹੈ ਭਰਾਵੋ, ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਵੀ ਯਤਨ ਕਰੋ, ਕਿਉਂਕਿ ਜੇ ਤੁਸੀਂ ਇਹ ਕੰਮ ਕਰੋ ਤਾਂ ਕਦੇ ਠੇਡਾ ਨਾ ਖਾਓਗੇ। Amen. So it is very important to fulfill your spiritual call and your election, your beloved. If you do not fulfill the beloved that God has got for you, then the Bible says
it's like you are a shaky person who stumble. So if you do that, the Bible says you will not stumble. You will be sthirta, stability, sthir. ਆਪਾਂ ਇਸ ਵਚਨ ਦੇ ਵਿੱਚ ਪੜਿਆ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਆਪਣੇ ਬੁਲਾਏ ਜਾਣੇ ਨੂੰ, ਕਿਉਂਕਿ ਆਪਾਂ ਚੁਣੇ ਗਏ ਆ, ਆਪਾਂ ਬੁਲਾਏ ਗਏ ਆ ਤੇ ਚੁਣੇ ਗਏ ਆ, ਤੇ ਆਪਣੇ ਉਸ ਚੀਜ਼ ਨੂੰ, ਉਸ ਬੁਲਾਹਟ ਨੂੰ, ਜੋ ਆਪਾਂ ਚੁਣੇ ਗਏ ਤੇ ਬੁਲਾਏ ਗਏ, ਉਹਨੂੰ ਆਪਾਂ ਨੂੰ ਖਾਸ ਸਮਝਣਾ ਹੈ ਤੇ ਉਹਨੂੰ, ਉਹਦੇ ਵਿੱਚ ਆਪਾਂ ਨੂੰ ਸਿੱਧ ਹੋਣਾ ਹੈ ਤਾਂ ਕਿ ਉਹਨੂੰ ਪੂਰਾ ਕਰ ਸਕੀਏ। ਕਿਉਂਕਿ ਜਿਹੜਾ ਉਸ ਬੁਲਾਹਟ ਨੂੰ ਨਹੀਂ ਪੂਰਾ ਕਰ ਸਕਦਾ, ਉਹਨੂੰ ਆਪਾਂ ਨਹੀਂ ਕਹਿ ਸਕਦੇ ਕਿ ਉਹ ਸਥਿਰ ਹੈ, ਉਹ ਡੇਲ ਡੋਲ ਵਾਲਾ ਬੰਦਾ ਹੈ। So online church will not grow you into your calling and ministry, because it is just one way system. ਜੋ ਆਨਲਾਈਨ ਚਰਚਿਸ ਹੈਗੇ ਕਲੀਸਿਆ, ਉਹ ਕੀ ਹੈ ਕਿ ਇੱਕ ਤਰਫਾ ਹੀ ਉਹ ਕਹਿ ਲੋ ਕਿ ਇੱਕ ਗਰੋਥ ਹੈ, ਉਹਦੇ ਵਿੱਚ ਜੋ ਆਪਣੇ ਵਰਗਿਆਂ ਨੂੰ ਇੱਕ ਪਲੇਟਫਾਰਮ ਨਹੀਂ ਮਿਲਦਾ ਗਰੋ ਕਰਨ ਦੇ ਲਈ, ਕਾਲਿੰਗਸ ਦੇ ਨੂੰ, ਆਪਣੀ ਬੁਲਾਹਟ ਨੂੰ ਸਮਝਣ ਦੇ ਲਈ ਤੇ ਟ੍ਰੇਨਿੰਗ ਦੇ ਲਈ। ਉਹ ਸਿਰਫ ਇੱਕ ਤਰਫ ਹੈ ਕਿ ਸਿਰਫ ਉਹੀ ਪ੍ਰਚਾਰ ਕਰਨਗੇ, ਆਪਾਂ ਸਿਰਫ ਸੁਣ ਸਕਦੇ ਹਾਂ। Amen, amen. Praise God. Of course, I don't mean to say that some of the preachers are not preaching the truth. I'm not saying that, but I hope you're understanding what I am trying to convince you of, that online platforms, only if you are relying on them, they are dangerous. They are not within, I believe, the order that God has got in the Bible. ਪਾਸਟਰ ਜੀ ਕਹਿ ਰਹੇ ਕਿ ਜੋ ਆਨਲਾਈਨ ਕਲੀਸਿਆ ਹੈ, ਮੈਂ ਉਹ ਨਹੀਂ ਕਹਿ ਰਿਹਾ ਕਿ ਉਹ ਕੋਈ ਝੂਠ ਸਿਖਾਉਂਦੇ ਆ, ਕਿ ਉਹ ਵੀ ਪਰਮੇਸ਼ਰ ਦਾ ਵਚਨ ਸਿਖਾ ਰਿਹਾ, ਉਹ ਵੀ ਸ਼ਾਇਦ ਸੱਚ ਦੱਸ ਰਿਹਾ, ਬਟ ਸਿਰਫ ਇੰਨਾ ਕਹਿਣਾ ਚਾਹੁੰਦੇ ਆ ਕਿ ਜੋ ਡੇਂਜਰਸ ਬਾਰੇ ਆਪਾਂ ਗੱਲ ਕਰਦੇ ਆ ਕਿ ਇਹਨਾਂ ਆਪਾਂ ਸੋਚੀਏ ਕਿ ਆਪਾਂ ਨੂੰ ਸਭ ਫਾਇਦਾ ਉਸੇ ਤੋਂ ਹੋਏਗਾ, ਸਿਰਫ ਆਨਲਾਈਨ ਚਰਚ ਤੋਂ ਹੀ ਆਪਾਂ ਗਰੋ ਕਰ ਸਕਦੇ ਆ, ਉਹ ਗੱਲ ਗਲਤ ਹੈ। ਕਿਉਂਕਿ ਗਰੋਥ ਵਾਸਤੇ ਆਪਾਂ ਨੂੰ ਕੀ ਹੈ, ਇੱਕ ਲੋਕਲ ਕਲੀਸਿਆ ਤੋਂ ਜੁੜਨਾ ਬਹੁਤ ਜ਼ਰੂਰੀ ਹੈ, ਉਸ ਆਰਡਰ ਦੇ ਵਿੱਚ ਰਹਿਣਾ, ਜੋ ਪਾਸਟਰ ਜੀ ਨੇ ਪਹਿਲਾਂ ਦੱਸਿਆ ਕਿ ਮਸਾ ਵਾਲਾ ਤੇ ਗਰੋ ਕਰਨ ਵਾਲਾ, ਟ੍ਰੇਨਿੰਗ ਵਾਲਾ, ਉਸ ਆਰਡਰ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। Number 4 is that a double-minded man will not receive anything. The scripture is in James. Again, I forgot. If somebody can help me, a double-minded man will not receive anything. Iska matlab, if you have your feet on this way and your other feet on this way, then you're going to get drowned. You need to be in one place, stable and planted. जो ਆਪਾਂ ਇੱਕ ਵਚਨ ਨੂੰ ਵੀ ਪੜ੍ਹੀਏ ਜਿਹਦੇ ਚ ਲਿਖਿਆ ਹੈ ਕਿ ਜੋ ਦੋਗਲਾ ਬੰਦਾ ਹੈ, ਉਹ ਕਿਸੇ ਪਾਸੇ, ਇੱਕ ਪਾਸੇ ਨਹੀਂ ਹੋ ਸਕਦਾ ਜਿਹੜਾ, ਤੇ ਉਹ ਹਮੇਸ਼ਾ ਡੁੱਬ ਜਾਂਦਾ ਹੈ। ਤੇ ਬਹੁਤ ਜ਼ਰੂਰੀ ਹੈ ਕਿ ਆਪਾਂ ਆਪਣੇ ਆਪ ਨੂੰ ਇੱਕ ਥਾਂ ਦੇ ਵਿੱਚ ਆਪਾਂ ਨੂੰ ਸਥਿਰ ਕਰ ਲਈਏ ਆਪਣੇ ਆਪ ਨੂੰ, ਤਾਂ ਕਿ ਆਪਾਂ ਉੱਥੇ ਗਰਾਊਂਡਡ ਹੋ ਸਕੇ, ਪਲਾਂਟ ਹੋ ਸਕੇ, ਉੱਥੇ ਵੱਧ ਸਕੀਏ। ਤੇ ਜੋ ਵਚਨ ਹੈ ਸ਼ਾਇਦ ਉਹ 2 ਪਤਰਸ 2:10 ਦੇ ਵਿੱਚ ਹੈ ਸ਼ਾਇਦ। It is in no, not Patras, it is in James, Yaqub, I think. Yaqub maybe 2. James 1 verse 8, I think. Read please. Just 1 minute. ਛੋਟਾ ਜਿਹਾ ਵਚਨ ਹੈ it's verse 8. It's verse 8. ਉਹ ਜਿਤਿਤਾ ਮਨੁੱਖ ਹੈ ਜਿਹੜਾ ਆਪਣੀਆਂ ਸਾਰਿਆਂ ਚੱਲਣਾ ਵਿੱਚ ਚੰਚਲ ਹੈ ਨਹੀਂ. This is not a right verse. No. I think it's in James 2, I think, if I'm right. Sir, it's Maybe. in James 1 and verse 8, as you described. But It is it is English not- is the same. okay, maybe Punjabi verse. Double-minded people. Double-minded Punjabi man. verse is duchitta. Duchitta is double-minded. Yeah, duchitta. Yeah. Okay, ਪੜੋ ਉਹ ਦੁਚਿੱਤਾ ਮਨੁੱਖ ਹੈ ਜਿਹੜਾ ਆਪਣੀਆਂ ਸਾਰਿਆਂ ਚਾਲਣਾ ਵਿੱਚ ਚੰਚਲ ਹੈ। Okay, a double-minded man in English does not receive anything. Yeah. ਜੋ ਐਸਾ ਮਨੁੱਖ ਹੈ ਜੋ ਦੋ ਚਿੱਤਾ, ਉਹ ਕੁਝ ਵੀ ਰਿਸੀਵ ਨਹੀਂ ਕਰ ਸਕਦਾ। Amen. And we had so many people in our church, and I think we still have, who are following their pastor in India, who are in contact with their churches in India, and they have got one foot there in India, their soul is half in India, and their another foot is in House of Glory or in Cyprus, and their half soul is here. They are divided. They are not going anywhere. They're double-minded. ਕਲੀਸਿਆ ਦੇ ਵਿੱਚ ਵੀ ਕਹਿ ਲਓ ਕਿ ਬਹੁਤ ਸਾਰੇ ਐਸੇ ਜਣ ਹੈਗੇ ਆ ਜੋ ਕਿ ਅੱਧੇ ਤਾਂ ਮੀਨਸ ਵੀ ਉੱਥੇ ਹਾਊਸ ਆਫ ਗਲੋਰੀ ਦੇ ਵਿੱਚ ਨੇ, ਉੱਥੇ ਵੀ ਆਉਂਦੇ ਨੇ, ਪਰ ਅੱਧੇ ਉਹ ਜੁੜੇ ਹੋਏ ਆ ਆਨਲਾਈਨ ਚਰਚਿਸ ਦੇ ਨਾਲ, ਤੇ ਤਾਂ ਕਰਕੇ ਅੱਧਾ ਉਹਨਾਂ ਦਾ ਕਹਿ ਲਓ ਸੋਲ, ਅੱਧਾ ਮਾਈਂਡ, ਉਹ ਅੱਧਾ ਇੱਥੇ ਰਹਿੰਦਾ ਹਾਊਸ ਆਫ ਗਲੋਰੀ ਚਰਚ ਤੇ ਅੱਧਾ ਆਨਲਾਈਨ ਦੇ ਨਾਲ ਜੁੜਾ ਰਹਿੰਦਾ, ਜਿਹਦੇ ਕਰਕੇ ਉਹ ਪ੍ਰੋਪਰਲੀ ਗਰੋ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦਾ ਮਾਈਂਡ ਦੋ ਤਰਫ ਰਹਿੰਦਾ ਹੈ। I do not want to discourage you to finish your relationship with your pastor in India.
friendship is very important, but you are in Cyprus, and this is in the Maqsad teaching, when the church vision and church vision and purpose, Maqsad ka teaching jo hai usme hai. It's very clearly I have said that if you are going to have your soul in India, and sorry, your body here and your soul and your spirit in India, then it's not going to be easy to grow and go forward. You're going to get stuck. ਤੇ ਆਪਾਂ ਨੂੰ ਪਾਸਟਰ ਜੀ ਨੇ ਕਿਹਾ ਕਿ ਜੋ ਮਕਸਦ ਇੱਕ ਜੋ ਹੈਗੀ ਹੈ ਉਹਦਾ ਟੀਚਿੰਗ ਉਹਦੇ ਵਿੱਚ ਵੀ ਹੈ ਸੌਰੀ Stage 3 ਵਿੱਚ ਹਾਂ ਸਟੇਜ 3 ਦੇ ਵਿੱਚ ਜੋ ਟੀਚਿੰਗ ਹੈ ਆਪਾਂ ਉਹਦੇ ਚ ਦੇਖਿਆ ਕਿ ਉਹ ਜ਼ਰੂਰੀ ਨਹੀਂ ਹੈ ਪਾਸਟਰ ਜੀ ਕਹਿ ਰਹੇ ਕਿ ਉਹਨਾਂ ਦੇ ਨਾਲ ਆਪਣੇ ਲਿੰਕ ਤੋੜ ਦਿਓ ਜੋ ਤੁਹਾਡੇ ਆਨਲਾਈਨ ਜੋ ਤੁਸੀਂ ਉਹਨਾਂ ਨੂੰ ਸੁਣਦੇ ਹੋ ਤੇ ਉਹਨਾਂ ਦੇ ਨਾਲ ਤੁਸੀਂ ਆਪਣੀ ਫਰੈਂਡਸ਼ਿਪਸ ਤੋੜ ਦਿਓ ਪਰ ਇੱਕ ਉੱਥੇ ਗੱਲ ਕਰ ਰਹੇ ਕਿ ਇੱਕ ਗਰੋ ਕਰਨ ਦੇ ਲਈ ਆਪਾਂ ਨੂੰ ਜ਼ਰੂਰੀ ਹੈ ਇੱਕ ਲੋਕਲ ਕਲੀਸਿਆ ਦੇ ਵਿੱਚੋਂ ਜੁੜਨਾ ਤੇ ਕਿਉਂਕਿ ਹਾਫ ਮਾਈਂਡ ਉੱਥੇ ਹੋਏਗਾ ਸਰੀਰ ਜਿਵੇਂ ਪਾਸਟਰ ਜੀ ਨੇ ਐਗਜ਼ਾਮਪਲ ਦਿੱਤਾ ਕਿ ਉਹਨਾਂ ਦੀ ਬੋਡੀਜ਼ ਤਾਂ ਉੱਥੇ ਹੈ ਕਈ ਜਣਾਂ ਦੀ ਬੋਡੀਜ਼ ਤਾਂ ਉੱਥੇ ਹਾਊਸ ਆਫ ਗਲੋਰੀ 'ਚ ਪਰ ਉਹਨਾਂ ਦਾ ਮਾਈਂਡ ਉੱਥੇ ਰਹਿੰਦਾ ਤੇ ਹਾਫ ਇੱਧਰ ਹਾਫ ਉੱਧਰ ਤੇ ਉਹ ਗਰੋ ਨਹੀਂ ਕਰ ਪਾਉਂਦੇ Amen. There will be no opportunity for ministry and growing in Cyprus if somebody is doing that. Then you end up becoming an online bicycle, nothing else. ਕਿਉਂਕਿ ਫਿਰ ਗਰੋ ਨਹੀਂ ਹੋਏਗੀ ਤੇ ਫਿਰ ਆਪਾਂ ਇੱਕ ਸਾਈਕਲ ਦੇ ਤਰ੍ਹਾਂ ਜੋ ਆਨਲਾਈਨ ਇੱਕ ਸਾਈਕਲ ਸਿਰਫ ਉਹ ਚੱਲ ਰਹੀ ਹੈ ਉਹਦੇ ਤਰ੍ਹਾਂ ਹੋ ਜਾਵਾਂਗੇ Even now, people from this group have got prophets in India. They want to connect with the people in India. They want to hear words, prophecies from India. Please, I beg you, this is not good for you. You are going to get distracted, and the prophecies that they will give you, maybe they will not be right, because you are part of this body and you need to now work with this body, this family. Why do you need prophets from India? If we organize a meeting, is different. ਕਈ ਵਾਰੀ ਐਵੇਂ ਵੀ ਦੇਖਿਆ ਕਿ ਕੁਝ ਇੱਕ ਐਸੇ ਜਣ ਹੈਗੇ ਆ ਜੋ ਇੰਡੀਆ ਦੇ ਵਿੱਚ ਆਨਲਾਈਨ ਜੁੜੇ ਆ ਸਿਰਫ ਇਹਦੇ ਲਈ ਕਿ ਉਹ ਉੱਥੋਂ ਪ੍ਰੋਫੈਸਿਸ ਉੱਥੋਂ ਮੀਨਸ ਆਉਂਦੇ ਇੱਥੇ ਆ ਠੀਕ ਹੈ ਪਰ ਉੱਥੋਂ ਕੁਝ ਪ੍ਰੋਫੈਸਿਸ ਭਵਿੱਖਬਾਣੀ ਕੁਝ ਰਿਸੀਵ ਕਰਨਾ ਚਾਹੁੰਦੇ ਕਿ ਉਹ ਪਾਸਟਰਸ ਜੋ ਆਨਲਾਈਨ ਉਹ ਸਾਡੇ ਲਈ ਕੁਝ ਬੋਲਦੇ ਕੁਝ ਵਚਨ ਬੋਲਦੇ ਕੁਝ ਭਵਿੱਖਬਾਣੀ ਬੋਲਦੇ ਤੇ ਉਸੇ ਇੰਤਜ਼ਾਰ ਦੇ ਵਿੱਚ ਰਹਿੰਦੇ ਆ ਤੇ ਆਪਣੇ ਤੋਂ ਇੱਕ ਰਿਕੁਐਸਟ ਕਰ ਰਹੇ ਪਾਸਟਰ ਜੀ ਕਿ ਇਸ ਤਰੀਕੇ ਨਾ ਕਰੋ ਕਿਉਂਕਿ ਇਸ ਤਰੀਕੇ ਆਪਾਂ ਗਰੋ ਨਹੀਂ ਕਰ ਸਕਦੇ ਜ਼ਰੂਰੀ ਹੈ ਜਿਸ ਅਗਵੇ ਦੇ ਨਾਲ ਆਪਾਂ ਜਿਨ੍ਹਾਂ ਦੇ ਅਧੀਨਗੀ ਦੇ ਵਿੱਚ ਹਾਂ ਉਹ ਆਪਾਂ ਨੂੰ ਸਿਖਾਏ ਆਪਣੀ ਰਾਖੀ ਕਰੇ Because now you are you're coming in stage 4. This is a high level. If you're going to do like if you behave like a child, then you're going to get a blessing of a child. But if you behave like an adult, you'll get a blessing of an adult. ਕਿ ਜੇ ਮੰਨ ਲਓ ਤੁਸੀਂ ਹੁਣ ਆਪਾਂ ਸਟੇਜ 4 ਦੇ ਵਿੱਚ ਆ ਚੁੱਕੇ ਇਸ ਟੌਪਿਕ ਦੇ ਵਿੱਚ ਤੇ ਹੋਰ ਵੀ ਕਿਤੇ ਸਟੇਜ 4 ਦੇ ਵਿੱਚ ਆ ਕੇ ਵੀ ਜੇ ਆਪਾਂ ਇਮੈਚੁਰ ਐਵੇਂ ਕਰੀਏ ਕਿ ਇੱਕ ਬੱਚਿਆਂ ਦੇ ਵਾਂਗ ਤੇ ਆਪਾਂ ਜੋ ਬਲੇਸਿੰਗ ਹੈ ਜੋ ਆਸ਼ੀਸ਼ ਹੈ ਉਹ ਵੀ ਇੱਕ ਬੱਚਿਆਂ ਦੀ ਵਰਗੀ ਹੀ ਪਾਵਾਂਗੇ ਪਰ ਜੇ ਆਪਾਂ ਇੱਕ ਮੈਚੁਰ ਆਤਮਾ ਦੇ ਵਿੱਚ ਮੈਚੁਰਿਟੀ ਦਿਖਾਵਾਂਗੇ ਤਾਂ ਆਪਣੀ ਜੋ ਬਲੇਸਿੰਗਸ ਹੋਣਗੀ ਉਹ ਵੀ ਮੈਚੁਰ ਹੋਣਗੀਆਂ ਵੱਡੇ ਸਤਿ So another danger of online church is you are going to be double-minded. If you have got your feet on House of Glory, one feet, and your other feet is in some other place, you're going to be double-minded all the time. Those pastors will speak something else, and we are telling you what the Spirit of God is trying to give us. You'll be confused. ਜੋ ਇੱਕ ਸਭ ਤੋਂ ਵੱਡਾ ਉਹਨਾਂ ਨੇ ਦੱਸਿਆ ਕਿ ਜੋ ਖਤਰਾ ਹੈ ਇਸ ਚੀਜ਼ ਦਾ ਆਨਲਾਈਨ ਚਰਚਿਸ ਦਾ ਉਹ ਆਪਾਂ ਉਹਨੇ ਡਿਸਕਸ ਕੀਤਾ ਕਿ ਇੱਕ ਪੈਰ ਤਾਂ ਆਪਣਾ ਹਾਊਸ ਆਫ ਗਲੋਰੀ ਚਰਚ ਹੈ ਜਾਂ ਫਿਰ ਕਿਸੇ ਵੀ ਲੋਕਲ ਕਲੀਸਿਆ ਤੇ ਦੂਸਰਾ ਹੈ ਆਨਲਾਈਨ ਚਰਚਿਸ ਤੇ ਜੇ ਮੰਨ ਲਓ ਐਵੇਂ ਹੁੰਦਾ ਕਿ ਪਰਮੇਸ਼ਰ ਦੇ ਦਿਖਾਣ ਦੇ ਦੁਆਰਾ ਆਪਣੇ ਜੋ ਪਾਸਟਰ ਜੀ ਹੈ ਜੋ ਆਪਣਾ ਅਗਵਾ ਹੈ ਕਲੀਸਿਆ ਦਾ ਉਹ ਆਪਾਂ ਨੂੰ ਕੁਝ ਕਹਿੰਦਾ ਹੈ ਬਟ ਆਪਾਂ ਆਨਲਾਈਨ ਕੁਝ ਹੋਰ ਸੁਣਿਆ ਤੇ ਆਪਾਂ ਕਨਫਿਊਜ਼ ਹੋ ਸਕਦੇ ਹਾਂ ਉਸ ਟਾਈਮ ਆਪਾਂ ਨੂੰ ਫੈਸਲਾ ਲੈਣਾ ਮੁਸ਼ਕਿਲ ਹੋ ਜਾਏਗਾ ਕਿ ਹੁਣ ਕੌਣ ਸੱਚ ਬੋਲ ਰਿਹਾ ਹੈ ਕਿਹਦਾ ਵਿਸ਼ਵਾਸ ਕਰਨਾ ਹੈ ਤੇ ਆਪਾਂ ਕਨਫਿਊਜ਼ ਹੋ ਸਕਦੇ ਹਾਂ ਡਬਲ ਮਾਈਂਡ ਹੋ ਕੇ And many times these people will not give you free prophecies. I'm telling you, they will ask you then after a little while, oh, I have a problem. Please, can you send me some money? Nobody gives you easily prophecies free. ਨੂੰ ਸਿਖਾ ਰਿਹਾ ਕਿ ਜੋ ਜ਼ਿਆਦਾਤਰ ਐਵੇਂ ਹੁੰਦਾ ਕਿ ਜੋ ਆਨਲਾਈਨ ਜੋ ਆਪਣੇ ਲਈ ਪ੍ਰੋਫੈਸਿਸ ਕਰਦੇ ਆ ਉਹ ਕੁਝ ਇੱਕ ਵਾਰੀ ਤਾਂ ਐਵੇਂ ਕਰ ਸਕਦੇ ਪਰ ਜ਼ਿਆਦਾ ਦੇਰ ਤੱਕ ਲੰਬਾ ਨਹੀਂ ਜਾਏਗਾ ਇੱਕ ਦਿਨ ਐਸਾ ਆ ਜਾਏਗਾ ਕਿ ਉਹ ਮੀਨਸ ਚਾਂਸਸ ਹੈਗੇ ਕਿ ਪੁੱਛ ਸਕਦੇ ਆ ਕਿ ਆਈ ਮੀਨ ਨੀਡ ਮੈਂ ਲੋੜ ਦੇ ਵਿੱਚ ਹਾਂ ਤੁਸੀਂ ਇਸ ਚੀਜ਼ ਦੇ ਲਈ ਤੁਸੀਂ ਹੈਲਪ ਕਰੋ ਜਾਂ ਫਿਰ ਕਰ ਸਕਦੇ ਹੋ ਤੇ ਅੱਗੇ ਆਓ ਕਿਸੇ ਤਰੀਕੇ ਵੀ ਤੇ ਉਹ ਜ਼ਰੂਰੀ ਨਹੀਂ ਹੈ ਕਿ ਮੁਫਤ ਦੇ ਵਿੱਚ ਹੀ ਉਹ ਪ੍ਰੋਫੈਸਿਸ ਆਪਾਂ ਨੂੰ ਦੇਣ And then you are going to become majboor, helpless. Why? Because you have received the spiritual input from them, and then you are bound to give them something. ਤੇ ਇੱਕ ਬਹੁਤ ਵਧੀਆ ਚੀਜ਼ ਕਿ ਜਿਵੇਂ ਮੰਨ ਲਓ ਕਿ ਆਪਾਂ ਰਿਸੀਵ ਕਰ ਲਿਆ ਆਨਲਾਈਨ ਸਪਿਰਿਟ ਦੇ ਵਿੱਚ ਕੁਝ ਵੀ ਕਿ
ਮੈਸੇजेस ਪ੍ਰੋਫੈਸੀਜ਼ ਜੋ ਵੀ ਉਹ ਦੇ ਰਹੇ ਹੈ ਤੇ ਬਦਲੇ ਚ ਕੀ ਹੈ ਆਪਾਂ ਇੱਕ ਤਰ੍ਹਾਂ ਮਾਈਂਡ ਦੇ ਵਿੱਚ ਇੱਕ ਬਾਉਂਡ ਹੋ ਜਾਂਦੇ ਆ ਕਿਉਂਕਿ ਹਾਂ ਜੀ ਉਹਨੇ ਮੇਰੇ ਲਈ ਪ੍ਰੋਫੈਸੀਜ਼ ਕੀਤੀ ਹਾਂ ਜੀ ਉਹਨੇ ਮੈਨੂੰ ਸ਼ਬਦ ਦਿੱਤਾ ਸੀ ਮੇਰੇ ਲਈ ਉਹਨੇ ਪ੍ਰਾਰਥਨਾ ਕੀਤੀ ਹੈ ਤੇ ਤਾਂ ਕਰਕੇ ਆਈ ਐਮ ਬਾਉਂਡ ਕਿ ਮੈਂ ਵੀ ਕੁਝ ਦੇਵਾਂ ਇੱਕ ਆਪਾਂ ਬਰਡਨ ਫੀਲ ਕਰਨ ਲੱਗ ਪੈਂਦੇ ਆ Now, I'm not saying all online preachers, prophets are like this and pastors, but there are many who you might have a relationship back home in India. They will not easily leave you. I tell you, I can give you in writing. They will ask you for something. ਪਾਸਟਰ ਜੀ ਕਹਿ ਰਹੇ ਕਿ ਸਾਰਿਆਂ ਦੇ ਲਈ ਉਹਨਾਂ ਨੇ ਐਵੇਂ ਨਹੀਂ ਕਹਿ ਰਹੇ ਹੋ ਕੁਝ ਇੱਕ ਐਸੇ ਹੈਗੇ ਆ ਤੇ ਮੈਂ ਤੁਹਾਨੂੰ ਲਿਖ ਕੇ ਵੀ ਦੇ ਸਕਦਾ ਕਿ ਕੁਝ ਇੱਕ ਐਸੇ ਜਿਨ੍ਹਾਂ ਦੇ ਨਾਲ ਮੰਨ ਲਓ ਕਿ ਆਪਾਂ ਜੁੜੇ ਹੋਏ ਆ ਤੇ ਕੁਝ ਸਮੇਂ ਤੋਂ ਇੱਕ ਦਿਨ ਐਸਾ ਆਏਗਾ ਕਿ ਉਹ ਇਸ ਚੀਜ਼ ਨੂੰ ਕਰ ਸਕਦੇ ਹੈ ਉਹ ਪੁੱਛ ਸਕਦੇ ਹੈ ਕਿ ਜਦੋਂ ਉਹਨਾਂ ਨੂੰ ਹੈਲਪ ਦੀ ਲੋੜ ਹੈ ਜਦੋਂ ਉਹਨਾਂ ਨੂੰ ਕੁਝ ਮੰਗ ਸਕਦੇ ਹੈ ਕਹਿ ਲਓ ਇੱਕ ਤਰੀਕੇ Now also I want to say something. There is nothing wrong if you want to watch something online on YouTube, Facebook. There is nothing wrong in that. You can of course learn sometimes something from online and that's fine. But what I'm trying to say to you is when you start following something which is going to take your attention and your focus will become them and it will be and the church will become secondary. That is when the danger is. ਕਿ ਉਸ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਕਿ ਜਿਵੇਂ ਆਪਾਂ ਆਨਲਾਈਨ ਮੈਸੇजेस ਸੁਣਦੇ ਆ ਜਾਂ ਫਿਰ ਕਿਸੇ ਪ੍ਰਚਾਰਕ ਦਾ ਆਪਾਂ ਕੋਈ ਮੈਸੇਜ ਸੁਣ ਲੈਂਦੇ ਆ ਤੇ ਉਸ 'ਚ ਕੋਈ ਬੁਰਾਈ ਨਹੀਂ ਹੈ ਬਟ ਉਸ ਚੀਜ਼ 'ਚ ਆਪਾਂ ਨੂੰ ਧਿਆਨ ਰੱਖਣਾ ਹੈ ਕਿ ਕਿਤੇ ਐਵੇਂ ਨਾ ਹੋ ਕਿ ਆਪਾਂ ਉਹਨਾਂ ਦੇ ਨਾਲ ਇੰਨਾ ਜੁੜ ਗਿਆ ਤੇ ਇੰਨਾ ਡਿਪੈਂਡ ਹੋ ਗਏ ਆ ਕਿ ਜੋ ਆਪਣਾ ਜੋ ਲੋਕਲ ਕਲੀਸਿਆ ਹੈ ਜੋ ਆਪਣਾ ਅਗਵਾ ਹੈ ਆਪਾਂ ਉਹ ਸੈਕੰਡਰੀ ਉਹ ਦੂਸਰੇ ਲੈਵਲ ਤੇ ਕਿ ਆਪਾਂ ਉੱਥੇ ਬਾਅਦ ਵਿੱਚ ਸੋਚਦੇ ਆ ਤੇ ਪਰ ਪਹਿਲਾਂ ਆਪਾਂ ਆਨਲਾਈਨ ਦੇ ਬਾਰੇ ਸੋਚਦੇ ਆ ਤੇ ਉੱਥੇ ਫਿਰ ਕੁਝ ਨਾ ਕੁਝ ਆਪਾਂ ਨੂੰ ਸਹੀ ਕਰਨ ਵਾਲੀ ਗੱਲ ਹੈ Because we had so many issues in our church with some of our when the church had started, people were doing online and then there was confusion. They were confused. They were coming in church with different sort of teachings. This was not a fruit of House of Glory Church what we were teaching them, and it was just confusion. They were getting distracted. They were asking questions why and how and this because why their mind was on what the others were teaching and not receiving from what the church is really teaching them where they're planted. So it can lead to so many confusion and so many distractions. ਇਹਦੇ ਨਾਲ ਕਿੰਨੀ ਹੀ ਕਹਿ ਲਓ ਕਿ ਇੱਕ ਤਰ੍ਹਾਂ ਡਿਸਟਰੈਕਸ਼ਨ ਤੇ ਆਪਣਾ ਧਿਆਨ ਭਟਕ ਸਕਦਾ ਹੈ ਉਹਦੇ ਨਾਲ ਕਿਉਂਕਿ ਤੇ ਡਿਸਟਰੈਕਸ਼ਨ ਮੀਨਸ ਵੀ ਧਿਆਨ ਭਟਕ ਸਕਦਾ ਆਪਣਾ ਦੂਸਰੀ ਗੱਲਾਂ ਤੇ ਜਾ ਸਕਦਾ ਤੇ ਕਿੰਨੀ ਵਾਰੀ ਐਵੇਂ ਹੋਇਆ ਕਿ ਜਦ ਕੁਝ ਜੋ ਆਨਲਾਈਨ ਜੁੜੇ ਹੋਏ ਆ ਬੱਚੇ ਜਾਂ ਫਿਰ ਲੋਕ ਤੇ ਉਹ ਜਦੋਂ ਕਲੀਸਿਆ ਦੇ ਵਿੱਚ ਆਉਂਦੇ ਇੱਕ ਲੋਕਲ ਕਲੀਸਿਆ ਦੇ ਵਿੱਚ ਤੇ ਉਹ ਐਸੇ ਕੁਐਸਚਨਸ ਪੁੱਛਦੇ ਆ ਕਿਉਂਕਿ ਉਹਨਾਂ ਦੀ ਜੋ ਟੀਚਿੰਗਸ ਉਹਨਾਂ ਦੇ ਜੋ ਆਨਲਾਈਨ ਸੁਣ ਕੇ ਆਏ ਹੁੰਦੇ ਆ ਉਸ ਤੋਂ ਜਾਂ ਫਿਰ ਜੋ ਵੀ ਕਨਫਿਊਜ਼ ਹੁੰਦੇ ਆ ਜਾਂ ਫਿਰ ਕੁਝ ਵੀ ਆ ਉਹ ਆ ਕੇ ਕੁਐਸਚਨਸ ਪੁੱਛਦੇ ਆ ਜੋ ਕਿ ਉਸ ਤੋਂ ਮੈਚ ਨਹੀਂ ਕਰਦੇ ਜੋ ਇੱਕ ਆਪਾਂ ਨੂੰ ਜੋ ਲੋਕਲ ਕਲੀਸਿਆ ਵਾਲਾ ਜੋ ਆਪਾਂ ਨੂੰ ਸਿਖਾ ਰਹੇ ਆ ਪਰਮੇਸ਼ਰ ਦਾ ਵਚਨ ਕਈ ਵਾਰੀ ਹੁੰਦਾ ਕਿ ਉਸ ਤੋਂ ਮੈਚ ਨਹੀਂ ਕਰਦੇ ਤੇ ਉਸ ਚੱਕਰ 'ਚ ਉਹ ਕਾਫੀ ਕੁਐਸਚਨਸ ਪੁੱਛਦੇ ਤੇ ਫਿਰ ਕਨਫਿਊਜ਼ ਹੋ ਜਾਂਦੇ ਆ By God's grace, I spoke last week about the gift of the discernment, and I can tell you, God easily gives the discernment when people are like that. We know exactly when they open their mouth, I know exactly where it is coming from, or what is the attitude or the reasoning behind it, just like that. ਪਿਛਲੇ ਬਾਰੇ ਜੋ ਟੌਪਿਕ ਆਪਾਂ ਦੇਖਿਆ ਸੀ ਉਹਦੇ 'ਚ ਗੱਲ ਕੀਤੀ ਸੀਗੀ ਕਿ ਇੱਕ ਪਰਖ ਦੇ ਆਤਮਾ ਬਾਰੇ ਤੇ ਅਸੀਂ ਕਹਿ ਰਹੇ ਕਿ ਬਹੁਤ ਵਧੀਆ ਕਿ ਉਸ ਦੇ ਬਾਰੇ ਆਪਾਂ ਗੱਲ ਕੀਤੀ ਕਿਉਂਕਿ ਬਹੁਤ ਜ਼ਰੂਰੀ ਹੈ ਉਸ ਚੀਜ਼ ਨੂੰ ਪਰਖਣਾ ਜਦ ਆਪਾਂ ਕੁਝ ਵੀ ਕਰਦੇ ਆ ਕਿ ਹਾਂ ਇਹ ਕਿੱਥੋਂ ਆ ਰਹੇ ਹੈ ਤੇ ਕੀ ਟੀਚਿੰਗਸ ਲੈ ਕੇ ਆ ਰਹੇ ਹੈ Amen. Let's move on. Number 5. I'm going to keep this very short. Number 5 is it says that bring your tithes to the house of the Lord. So when you are doing online, where are you going to take your tithes to? नंबर है वो पास्टर अपन समझा रहे कि जो टाइट्स अपने जो दशमांश है जो अपनी दशमांश है ते उत्थे लिखिया है कि अपना दशमांश पाबंद विच लेके आओ ते पर ਆਪਾਂ ਜੋ ਆਨਲਾਈਨ ਦੇ ਵਿੱਚ ਵੀ ਜੁੜੇ ਆ ਇੱਥੇ ਵੀ ਜੁੜੇ ਤੇ ਉਹ ਆਨਲਾਈਨ ਵਾਲੇ ਜੋ ਚਰਚਿਸ ਦੇ ਨਾਲ ਜੁੜੇ ਆ ਉਹ ਕਿੱਥੇ ਲੈ ਕੇ ਜਾ ਰਹੇ ਆਪਣੀ ਭੇਟਾਂ ਨੂੰ ਆਪਣੇ ਜੋ ਆਫਰਿੰਗਸ ਹੈ ਦਸ਼ਮਾਂਸ਼ Tithes are brought to the house of the Lord, and these online platforms are not the house of the Lord in my opinion. ਮੇਰੀ ਰਾਏ ਦੇ ਵਿੱਚ ਜੋ ਇਹ ਆਨਲਾਈਨ ਜੋ ਕਲੀਸਿਆ ਉਹ ਕੀ ਹੈ ਇੱਕ ਤਰ੍ਹਾਂ ਕਲੀਸਿਆ ਨਹੀਂ ਹੈ ਜੋ ਸਥਾਪਿਤ ਕੀਤੀ ਗਈ ਹੈ ਸਥਿਰ ਹੁੰਦੀ ਹੈ ਉਹ ਨਹੀਂ ਹੈ ਤੇ ਬਾਈਬਲ ਦਾ ਜੋ ਵਚਨ ਹੈ ਉਹਦੇ ਅਕੋਰਡਿੰਗ ਤੇ ਹੀ ਲਿਖਿਆ ਕਿ ਜੋ ਸਾਰੇ ਦਸ਼ਮਾਂਸ਼ ਹੈ ਜੋ ਉਹ ਪਰਮੇਸ਼ਰ ਦੇ ਪਾਬੰਦ ਵਿੱਚ ਲੈ ਕੇ ਆਓ Amen.
याकूब 5:14 किसको दिया था मैं? नंबर 6 की मैं आई एम गोइंग टू बी ऑन नंबर 6 नाउ. Is it Raman Deep or जी yeah, Raman? जी पास्टर जी मुझे दिया था, मैं रीड करती हूँ। करो प्लीज. ਜਕੂਬ 5 ਉਹਦਾ 14ਵਾਂ ਅਧਿਆਇ ਪੜਾਂਗੇ ਆਪਾਂ ਕਿ ਤੁਹਾਡੇ ਵਿੱਚ ਕੋਈ ਮਾਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦਾ ਕੱਲੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚਸਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ। ਆਮੇਨ। Amen. When you are sick, who shall you call? Who should you call? ਜਦ ਤੁਸੀਂ ਤੁਹਾਡੇ ਵਿੱਚੋਂ ਕੋਈ ਰੋਗੀ ਹੋਏ ਜਾਂ ਫਿਰ ਰੋਗ ਹੋਏ ਤੇ ਕਲੀਸਿਆ ਦੇ ਵਿੱਚੋਂ ਕਿਹਨੂੰ ਬੁਲਾਉਣਾ ਹੈ? It doesn't say you should call Ankur Narula or Baljinder Singh from India or Punjab. ਤੇ ਇੱਥੇ ਇਹ ਨਾਮ ਨਹੀਂ ਲਿਖਿਆ ਕਿਸੇ ਦਾ ਕਿ ਅੰਕੁਰ ਨਰੂਲਾ ਨੂੰ ਜਾਂ ਫਿਰ ਬਜਿੰਦਰ ਜੀ ਨੂੰ ਬੁਲਾਉਣਾ ਹੈ ਇੰਡੀਆ ਤੋਂ ਕਾਲ ਕਰਕੇ ਜਦੋਂ ਕੋਈ ਰੋਗੀ ਹੋਵੇ। It tells you call your elders. Who are your elders? At the moment, the frontline team are not fully the elders. In the future, as they continue with the Lord properly, they will be in the future trained and established as elders. But at the moment, it's me, more official, Pastor Vicky and Harun. But at the moment, Pastor Daiko is also like a honorary elder, and Pastor Baldev as well. But I'm more involved in your lives and the frontline team. So let's say, for now, you can call the frontline team or even the Degbal leaders that you are in the group. They are somehow like your mini elders. You should be calling them to ask prayer for if you are sick. ਇੱਥੇ ਵਚਨ ਦੇ ਵਿੱਚ ਲਿਖਿਆ ਕਿਸੇ ਦਾ ਨਾਮ ਨਹੀਂ ਕਿ ਇੱਥੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਜੋ ਰੋਗੀ ਹੋਏ ਉਹ ਆਪਣੀ ਕਲੀਸਿਆ ਦੇ ਵਿੱਚੋਂ ਉਹਨਾਂ ਨੂੰ ਬੁਲਾਏ, ਐਲਡਰਸ ਨੂੰ, ਪ੍ਰਾਚੀਨਾਂ ਨੂੰ ਬੁਲਾਏ ਪ੍ਰਾਰਥਨਾ ਕਰਨ ਦੇ ਲਈ ਤੇ ਉਹ ਉਹਨਾਂ ਦੇ ਉੱਪਰ ਤੇਲ ਲਗਾਉਣ ਤੇ ਪ੍ਰਾਰਥਨਾ ਕਰਨ। ਤੇ ਪਾਸਟਰ ਜੀ ਨੇ ਆਪਣਾ ਐਗਜ਼ਾਮਪਲ ਦਿੱਤਾ ਕਿ ਜੋ ਆਪਣੀ ਕਲੀਸਿਆ ਜੋ ਹਾਊਸ ਆਫ ਗਲੋਰੀ ਚਰਚ ਹੈ ਉਹਦੇ ਵਿੱਚ ਇਸ ਸਮੇਂ ਕੌਣ ਹੈ, ਐਲਡਰਸ ਕੌਣ ਹੈ? ਪਾਸਟਰ ਜੀ ਹੈਗੇ ਨੇ, ਬ੍ਰਦਰ ਡਿਆਗੋ ਹੈ, ਬ੍ਰਦਰ ਬਲਦੇਵ ਨੇ, ਪਾਸਟਰ ਵਿੱਕੀ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਫਰੰਟ ਲਾਈਨ ਟੀਮ ਹੈ ਜੋ ਗਰੋ ਕਰ ਰਹੇ ਹੈ ਉਹ ਵੀ ਹੋ ਸਕਦੇ ਆ। ਪਰ ਇੱਥੇ ਲਿਖਿਆ ਕਿ ਕਲੀਸਿਆ ਦੇ ਵਿੱਚੋਂ ਆਪਣੇ ਪ੍ਰਾਚੀਨਾਂ ਨੂੰ ਬੁਲਾ। Amen. And definitely the preacher, online preacher cannot put his hand out and apply oil on you. क्योंकि संभव नहीं है कि जो बिल्कुल भी पॉसिबल नहीं है कि जो ऑनलाइन प्रचार ਨੂੰ ਆਪਾਂ ਸੁਣਦੇ ਚਾਹੇ ਉਹ ਕਿੰਨੇ ਵੀ ਨੇ ਪਰ ਆਪਣਾ ਸਕਰੀਨ ਦੇ ਵਿੱਚੋਂ ਹੱਥ ਬਾਹਰ ਕੱਢ ਕੇ ਤੇ ਆਪਣੇ ਤੇ ਆਇਲ ਨਹੀਂ ਲਗਾ ਸਕਦੇ। Hallelujah. So you choose who you want you to pray for you. The online preacher who cannot reach out to you, or your elders, your Dekba leaders, or your frontline team. Or if you need me, I am available, even though I might not be able to apply oil from London. ਚੂਜ਼ ਕਰਨਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਜੋ ਆਨਲਾਈਨ ਪ੍ਰੀਚਰਸ ਹੈ ਉਹਨਾਂ ਦੇ ਇੰਤਜ਼ਾਰ ਕਰਨਾ ਚਾਹੁੰਦੇ ਪ੍ਰਾਰਥਨਾ ਦੇ ਲਈ ਕਿ ਕਦੋਂ ਉਹਨਾਂ ਦਾ ਹੱਥ ਬਾਹਰ ਆਏਗਾ ਤੇ ਆਪਣੇ ਤੇ ਆਇਲ ਅਪਲਾਈ ਕਰੇਗਾ, ਜਾਂ ਫਿਰ ਆਪਾਂ ਜੋ ਆਪਣੇ ਕਲੀਸਿਆ ਉਹਨਾਂ ਦੇ ਅਗੂਵੇ ਨੂੰ ਪੁੱਛ ਸਕਦੇ ਹਾਂ। ਹਾਲਾਂਕਿ ਪਾਸਟਰ ਜੀ ਨਹੀਂ ਕਰ ਸਕਦੇ ਆ ਉਹ ਕਹਿ ਰਹੇ। But I am coming and there will be a lot of oil, so don't worry. I'm coming with oil. Praise God. And also I had to teach once as well that our faith is not in the oil. Our faith is in the Lord Jesus. The oil is just a symbolic act of the Holy Spirit. That's all. Symbolic, nishani. Bas, और कुछ नहीं। मैं ਅੱਜ ਦੇ ਵਿੱਚ ਇੱਕ ਹੋਰ ਚੀਜ਼ ਸਿਖਾਉਣਾ ਚਾਹੁੰਦਾ ਕਿ ਆਪਣਾ ਜੋ ਭਰੋਸਾ ਜੋ ਵਿਸ਼ਵਾਸ ਹੈ ਉਹ ਤੇਲ ਦੇ ਉੱਪਰ ਨਹੀਂ ਟਿਕਿਆ ਹੋਇਆ ਕਿ ਹਾਂ ਆਇਲ ਹੀ ਕਰਦਾ ਹੈ, ਆਇਲ ਦੇ ਦੁਆਰਾ ਹੀ ਹੁੰਦਾ, ਉਹ ਸਿਰਫ ਇੱਕ ਜ਼ਰੀਆ ਹੈ, ਕਹਿ ਲਓ ਇੱਕ ਸਾਈਨ ਹੈ ਜੋ ਪਵਿੱਤਰ ਆਤਮਾ ਨੂੰ ਦਰਸਾਉਂਦਾ ਹੈ, ਇੱਕ ਸਾਈਨ ਹੈ। Amen, amen, amen. Yes, of course. If I'm doing an online meeting and if you say you are sick and you want me to pray for you, of course, I can pray on the screen. There is nothing wrong. If the mail milap, during the mail milap, if somebody is saying, oh, please pray for me, and then you pray for healing those who are leading the meeting, nothing wrong in that. Because this is all done within the context of a local church, not an online platform. ਇਹ ਨਹੀਂ ਹੈ ਕਿ ਤੁਸੀਂ ਜਿਵੇਂ ਆਪਾਂ ਹੁਣ ਕਰ ਰਹੇ ਤੇ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਚੰਗਾ ਨਹੀਂ ਫੀਲ ਹੋ ਰਿਹਾ ਜਾਂ ਫਿਰ ਕੋਈ ਬਿਮਾਰ ਹੈ ਤੇ ਉਹਨੇ ਪ੍ਰਾਰਥਨਾ ਦੇ ਲਈ ਪੁੱਛ ਲਿਆ ਕਿ ਪਾਸਟਰ ਜੀ ਮੇਰੇ ਲਈ ਪ੍ਰਾਰਥਨਾ ਕਰੋ ਤੇ ਮੈਂ ਨਹੀਂ ਕਰ ਸਕਾਂਗਾ, ਆਪਾਂ ਕਰ ਸਕਦੇ ਆ ਇਸ ਕਿਉਂਕਿ ਇਹ ਜੋ ਪਲੇਟਫਾਰਮ ਆਪਾਂ ਯੂਜ਼ ਕਰ ਰਹੇ ਆ ਆਨਲਾਈਨ ਸਿਰਫ ਪਲੇਟਫਾਰਮ ਐਜ਼ ਅ ਪਲੇਟਫਾਰਮ ਯੂਜ਼ ਕਰ ਰਹੇ ਆ ਤੇ ਇਹਦੇ 'ਚ ਆਪਾਂ ਪ੍ਰਾਰਥਨਾ ਕਰ ਸਕਦੇ ਇੱਕ ਦੂਸਰੇ ਦੇ ਲਈ। Amen. And many times as well, you don't know these preachers, what is their background, what if they are living in sin, whether they are really the men of God. Sometimes you don't know. I know there are some
big names, which I believe are okay. But there are sometimes online people who you don't know. You don't have a relationship. You have no idea who they are. But with us, you know. If you have a problem with me, you can talk to Pastor Mike. You can talk to Pastor Vicky. You can say, Pastor Johnny is messing about. गड़बड़ कर रहा है. सीधा फोन उठा सकते हैं आप, कर सकते हैं उनको. You can call my wife. I'll give you my wife's phone if you want to. You know my kids. And you know me because I come and I spend time with you. We go to swim together, night time. Sonu knows me. He knows that I like swimming in the night. Sunny, Davinder, these guys, you know, they know I like fun. So they know a lot about me. But Ankur Narula, Baljinder Singh, I don't think they will come and have a swim with you at Larnaka. पास्टर जी आपको समझा रहे हैं कि जे मान लो एक ऐसी जरूरत भी पड़ जाए या फिर ਤੇ ਜ਼ਿਆਦਾਤਰ ਕੀ ਹੁੰਦਾ ਜੋ ਆਪਾਂ ਜਿਹਨਾਂ ਆਨਲਾਈਨ ਪ੍ਰਚਾਰਕਾਂ ਨੂੰ ਸੁਣਦੇ ਆ ਆਪਾਂ ਉਹਨਾਂ ਦੇ ਬਾਰੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕੁਝ ਵੀ ਨਹੀਂ ਜਾਣਦੇ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਪਰਸਨਲੀ ਕਿਵੇਂ ਨੇ ਉਹਨਾਂ ਦੀ ਲਾਈਫ ਦੇ ਵਿੱਚ ਉਹ ਪਵਿੱਤਰਤਾਈ ਦੇ ਵਿੱਚ ਹੈ ਵੀ ਜਾਂ ਨਹੀਂ ਗੇ ਆਪਾਂ ਨੂੰ ਕੁਝ ਇਸ ਤਰੀਕੇ ਪਤਾ ਨਹੀਂ ਹੁੰਦਾ ਪਰ ਸਾਰੇ ਨਹੀਂ ਅਸੀਂ ਕਹ ਰਹੇ ਕਿ ਕੁਝ ਇੱਕ ਹੋਣਾ ਚਾਹੀਦਾ ਸਾਰੇ ਨਹੀਂ ਤੇ ਪਰ ਜੇ ਆਪਣੇ ਜੋ ਆਪਣਾ ਅਗੁਆ ਹੈ ਜਿਹਦੇ ਨਾਲ ਆਪਾਂ ਜੁੜੇ ਹੋਏ ਇੱਕ ਪਰਸਨਲ ਲੈਵਲ ਦੇ ਉੱਪਰ ਉਹਨਾਂ ਦੇ ਬਾਰੇ ਉਹਨਾਂ ਦੀ ਫੈਮਿਲੀਜ਼ ਬਾਰੇ ਉਹਨਾਂ ਦੇ ਬੱਚਿਆਂ ਦੇ ਬਾਰੇ ਆਪਾਂ ਨੂੰ ਪਤਾ ਹੈ ਪਾਸਟਰ ਜੀ ਦੇ ਬਾਰੇ ਤੇ ਉਹ ਦੱਸ ਰਹੇ ਕਿ ਜੇ ਇਨ ਕੇਸ ਜੇ ਆਪਾਂ ਨੂੰ ਕੁਝ ਮਿਸਅੰਡਰਸਟੈਂਡਿੰਗ ਜਾਂ ਫਿਰ ਕੋਈ ਦਿੱਕਤ ਆ ਵੀ ਜਾਂਦੀ ਤਾਂ ਆਪਾਂ ਗੱਲਬਾਤ ਕਰ ਸਕਦੇ ਹਾਂ ਪਾਸਟਰ ਮਾਈਕ ਤੋਂ ਉਹਨਾਂ ਨੇ ਆਪਣੀ ਵਾਈਫ ਦਾ ਐਗਜ਼ਾਮਪਲ ਦਿੱਤਾ ਆਪਣੇ ਕੋਲ ਰਿਲੇਸ਼ਨਸ਼ਿਪਸ ਹੈਗੇ ਹੈ Amen. What else I was going to say? Yeah, I mean, we open our life to you. You know that I'm in my bedroom now. You know that I was downstairs in my sitting room earlier on. You know about me a lot. And it was funny. It was funny. I was talking to Sonu yesterday or today. I can't remember yesterday. He said to somebody, because I think they can't come for water baptism during the day. And he told them, don't worry. Pastor Ji can take you in the night and give you baptism. Translate, please. ਸੋਨੂੰ ਦੱਸਦੇ ਕਿ ਕੱਲ ਨਹੀਂ ਤੇ ਸ਼ਾਇਦ ਪਰਸੋਂ ਗੱਲ ਹੋਈ ਸੀ ਉਹਨਾਂ ਨਾਲ ਤੇ ਉਹ ਕਹਿੰਦੇ ਕਿ ਕੋਈ ਚੱਕਰ ਨਹੀਂ ਇਸ 'ਚ ਕਿਉਂਕਿ ਉਹ ਸੋਚ ਰਹੇ ਸੀ ਕਿ ਜਦ ਬਪਤਿਸਮਾ ਦੇਣਾ ਸੀ ਤੇ ਉਦੋਂ ਆ ਨਹੀਂ ਸਕੇ ਤੇ ਪਾਸਟਰ ਉਹਨੇ ਕਿਹਾ ਕਿ ਇਸ 'ਚ ਕੋਈ ਚੱਕਰ ਨਹੀਂ ਕਿ ਪਾਸਟਰ ਜੀ ਤੈਨੂੰ ਰਾਤ ਨੂੰ ਵੀ ਲੈ ਕੇ ਜਾ ਸਕਦੇ ਬਪਤਿਸਮਾ ਦੇਣ ਦੇ ਲਈ Praise the Lord. Because he knows that I like to go to the beach at 11 o'clock in the night and we come home by 1 a.m. in the morning. And this time I'm coming for 12 days. So out of the 12 days, at least I want 6 nights, late night beach parties. Hallelujah. Get ready. ਤੇ ਹੁਣ ਉਹ ਕਹਿ ਰਹੇ ਕਿ ਇਸ 12 ਦਿਨਾਂ ਦੇ ਲਈ ਆ ਰਹੇ ਆਉਣਗੇ ਪਾਸਟਰ ਜੀ ਤੇ ਉਹਨਾਂ ਦੇ ਵਿੱਚੋਂ ਬਹੁਤ ਇਹਦੇ ਲਈ ਤਿਆਰ ਹੋ ਕੇ ਪਾਰਟੀਜ਼ ਹੋਏਗੀ ਫਨ ਹੋਏਗਾ ਤੇ ਉੱਥੇ ਰਾਤ ਤੱਕ ਉੱਥੇ ਬੀਚ ਤੇ ਆਪਾਂ ਜਾ ਸਕਦੇ ਹਾਂ Sally, get ready. Praise the Lord. Sally, hallelujah. get ready. I'm coming for 12 days, long time. Hallelujah. Praise God. Let's move on. 7th point. Guides and okay. 7th point. You can get sucked into a lot of false teachings and doctrines if you do online church. ਜੇ 7ਵਾਂ ਪੁਆਇੰਟ ਇਹ ਹੈਗਾ ਜੋ ਡੇਂਜਰਸ ਆਪਾਂ ਡਿਸਕਸ ਕਰ ਰਹੇ ਕਿ ਜੋ ਆਨਲਾਈਨ ਚਰਚ ਹੈ ਆਪਾਂ ਐਸੇ ਇੱਕ ਪਰਮਾਉਣ ਵਾਲੀ ਸਿੱਖਿਆ ਦੇ ਵਿੱਚ ਆਪਾਂ ਪੈ ਸਕਦੇ ਹਾਂ ਡਾਕਟਰਾਈਜ਼ ਜੋ ਪਰਮਾਉਣ ਵਾਲੀ ਸਿੱਖਿਆਵਾਂ ਹੈਗੀਆਂ ਜੋ ਸਹੀ ਨਹੀਂ especially if you are a new believer, you are not grounded well in your faith, and if you do not have, even if you are a mature believer, and if you do not have the spirit of discernment, you can get sidetracked and deceived. ਕੋਈ ਨਵਾਂ ਵਿਸ਼ਵਾਸੀ ਹੈ ਮੰਨ ਲਓ ਹੁਣੇ ਆਇਆ ਤੇ ਉਹਨੂੰ ਉਹ ਵਚਨ ਦੇ ਬਾਰੇ ਜ਼ਿਆਦਾ ਨਹੀਂ ਜਾਣਦਾ ਤੇ ਉਹ ਆਰਾਮ ਨਾਲ ਫਰਮਾਇਆ ਜਾ ਸਕਦਾ ਉਹਨਾਂ ਦੀ ਟੀਚਿੰਗਸ ਦੇ ਦੁਆਰਾ ਕੁਝ ਇੱਕ ਐਸੀ ਟੀਚਿੰਗਸ ਹੁੰਦੀਆਂ ਤੇ ਜੋ ਇਵਨ ਤੱਕ ਕਿ ਜੋ ਮੈਚੁਰ ਕ੍ਰਿਸਚੀਅਨਸ ਹੈ ਜੋ ਵਚਨ ਨੂੰ ਜਾਣਦੇ ਵੀ ਤੇ ਥੋੜੇ ਸਮੇਂ ਤੋਂ ਉਹ ਮਸੀਹ ਵੀ ਨਹੀਂ ਹੈਗੇ ਮਸੀਹ ਤੇ ਪਰ ਉਹਨਾਂ ਦੇ ਕੋਲ ਪਰਖ ਦਾ ਆਤਮਾ ਨਹੀਂ ਹੈ ਤੇ ਤਾਂ ਕਰਕੇ ਉਹ ਫਰਮਾਏ ਜਾ ਸਕਦੇ ਹੈ ਤੇ ਆਪਾਂ ਨੂੰ ਡਿਸਟਰੈਕਟ ਕਰ ਸਕਦਾ ਆਪਾਂ ਨੂੰ ਕਿਸੇ ਹੋਰ ਹੀ ਦਿਸ਼ਾ ਦੇ ਵਿੱਚ ਲੈ ਕੇ ਜਾ ਸਕਦਾ ਹੈ And many of these online preachers have got no authority above them to correct them, to speak into their lives, to tell them that you maybe have done wrong or you taught wrong. They are one-man show. They are operating in a different spirit. And this is dangerous. ਇਹ ਸਭ ਤੋਂ ਜ਼ਿਆਦਾ ਵੱਡਾ ਜੋ ਇੱਕ ਕਹਿ ਲੋ ਖਤਰਨਾਕ ਚੀਜ਼ ਹੈ ਉਹ ਆਨਲਾਈਨ ਚਰਚਿਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜੋ ਪ੍ਰਚਾਰਕ ਨੇ ਜੋ ਪ੍ਰਚਾਰ ਕਰਦੇ ਨੇ ਉਹ ਕਿਸੇ ਦੇ ਅਧੀਨ ਹੈ ਜਾਂ ਨਹੀਂ ਕਿਉਂਕਿ ਉਹਨਾਂ ਦੇ ਉੱਪਰ ਕਿਸੇ ਦੀ ਅਥਾਰਟੀ ਨਹੀਂ ਹੈ ਉਹ ਕਿਸੇ ਦੇ ਅਧੀਨ ਨਹੀਂ ਹੈ ਉਹ ਜਿਵੇਂ ਪਾਸਟਰ ਜੀ ਨੇ ਕਿ ਇੱਕ ਵਨ ਮੈਨ ਪ੍ਰੀਚ ਕਿ ਉਹ ਸਿਰਫ ਉਹ ਪ੍ਰਚਾਰ ਕਰਨ ਵਾਲੇ ਖੁਦ ਹੀ ਨੇ
ਉਹਨਾਂ ਨੂੰ ਸਮਝਾਉਣ ਵਾਲਾ ਸਿਖਾਉਣ ਵਾਲਾ ਉਹਨਾਂ ਦੇ ਉੱਪਰ ਕੋਈ ਹੈ ਨਹੀਂ ਹੈ, ਆਪਾਂ ਇਸ ਚੀਜ਼ ਬਾਰੇ ਨਹੀਂ ਜਾਣਦੇ। If I teach you, even if I teach you anything wrong, you can challenge me and ask me, where is it in the word of God? And I will sit down with you and I will explain to you what I teach you. But with the online preachers, can you do that? No. ਕਿ ਜੇ ਮੰਨ ਲਓ ਐਵੇਂ ਹੋਇਆ ਕਿ ਜੇ ਮੈਂ ਕੁਝ ਤੁਹਾਨੂੰ ਸਿਖਾਇਆ ਜਾਂ ਫਿਰ ਕੁਝ ਪ੍ਰਚਾਰ ਕੀਤਾ ਤੇ ਉਹਦੇ ਵਿੱਚ ਤੁਹਾਨੂੰ ਕੁਝ ਗਲਤ ਲੱਗਿਆ, ਤੁਸੀਂ ਬੈਠ ਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਪੁੱਛ ਸਕਦੇ ਹੋ ਕਿ ਇਹ ਵਚਨ ਕਿੱਥੇ ਹੈ, ਤੁਸੀਂ ਕਿੱਥੋਂ ਪ੍ਰਚਾਰ ਕੀਤਾ। ਪਰ ਉਹ ਆਪਾਂ ਨੂੰ ਇੱਕ ਸਵਾਲ ਪੁੱਛ ਰਹੇ ਕਿ ਕੀ ਆਪਾਂ ਆਨਲਾਈਨ ਜੋ ਪ੍ਰਚਾਰਕ ਹੈ ਉਹਨਾਂ ਦੇ ਨਾਲ ਇਸ ਤਰੀਕੇ ਆਪਾਂ ਕਰ ਸਕਦੇ ਹਾਂ ਡਿਸਕਸ਼ਨ ਜਾਂ ਫਿਰ ਕੁਝ ਪੁੱਛ ਸਕਦੇ ਹਾਂ ਬੈਕ ਉਹਨਾਂ ਤੋਂ। And if you do not agree with me, you have got another level to discuss the issue. You can talk to Pastor Daigo, you can talk to Pastor Vicky, you can even involve Pastor Mike if I am going to teach you wrong. So I am an open book. ਅਸੀਂ ਕਹਿ ਰਹੇ ਕਿ ਇੱਕ ਮੈਂ ਖੁੱਲੀ ਕਿਤਾਬ ਦੀ ਤਰ੍ਹਾਂ ਕਿ ਜੇ ਮੰਨ ਲਓ ਕੁਝ ਨਹੀਂ ਵੀ ਸਮਝ ਆਇਆ ਪਹਿਲਾਂ ਤੁਸੀਂ ਮੇਰੇ ਕੋਲ ਆ ਸਕਦੇ ਹੋ, ਪੁੱਛ ਸਕਦੇ ਹੋ। ਪਰ ਜੇ ਫਿਰ ਵੀ ਜੇ ਮੇਰੇ ਕੋਲ ਵੀ ਨਹੀਂ ਆ ਸਕਦੇ, ਜੇ ਕੋਈ ਨਾ ਮੁਸ਼ਕਿਲ ਹੈ ਤੇ ਕੁਝ ਐਸੀ ਵੀ ਅਥਾਰਟੀਜ਼ ਹੈ ਜੋ ਮੇਰੇ ਉੱਪਰ ਨੇ ਜਿਨ੍ਹਾਂ ਦੇ ਕੋਲ ਤੁਸੀਂ ਵੀ ਜਾ ਸਕਦੇ ਹੋ ਕਿ ਪਾਸਟਰ ਮਾਈਕ, ਪਾਸਟਰ ਡਿਆਗੋ, ਇਹਨਾਂ ਸਭ ਨੂੰ ਆਪਾਂ ਇਹਨਾਂ ਨਾਲ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋ ਕਿ ਤੁਹਾਨੂੰ ਕੁਝ ਠੀਕ ਨਹੀਂ ਲੱਗਿਆ ਤੇ ਉਹਦੇ ਬਾਰੇ ਪੁੱਛ ਸਕਦੇ ਹੋ। And in the same way, when the frontline team preaches, I listen to the preaching, and if they do anything, little mistakes, I help them. Same thing with helpers. If they preach, if I need to correct them and do evaluation, we do that. Now I don't do much with I do more with the helpers and the frontline team and Dekbal. But the Dekbal and the frontline team will be doing this with the new preachers that will come. They will evaluate them. So we have got a very nice system in place. Hallelujah. ਤੇ ਜੇ ਮੰਨ ਲਓ ਕਿ ਜਿਵੇਂ ਹੈਲਪਰਸ ਹੈਗੇ ਆ, ਫਰੰਟ ਲਾਈਨ ਟੀਮ ਵਾਲੇ ਜੋ ਮੈਂਬਰਸ ਹੈ ਜਾਂ ਫਿਰ ਉਹ ਜਦੋਂ ਪ੍ਰਚਾਰ ਕਰਦੇ ਆ, ਦੇਖਭਾਲ ਗਰੁੱਪ ਵਾਲੇ, ਕਿਸੇ ਨੂੰ ਵੀ ਜਦੋਂ ਉੱਥੇ ਦਿੱਤੀ ਜਾਂਦੀ ਹੈ ਕੋਈ ਡਿਊਟੀ ਤੇ ਪ੍ਰਚਾਰ ਕਰਦਾ ਹੈ, ਪਾਸਟਰ ਜੀ ਕਹਿ ਰਹੇ ਕਿ ਮੈਂ ਉਹਨਾਂ ਦੇ ਮੈਸੇਜ ਨੂੰ ਵੀ ਸੁਣਦਾ ਹਾਂ ਚੰਗੀ ਤਰ੍ਹਾਂ, ਤੇ ਜੇ ਕੋਈ ਛੋਟੀ ਕੁਝ ਕਮੀ ਘਟੀ ਲੱਗਦੀ ਵੇ ਤੇ ਮੈਂ ਉਹਨਾਂ ਨੂੰ ਸਹੀ ਕਰਦਾ। ਤੇ ਇਵੈਲੂਏਸ਼ਨ ਕੀਤੀ ਜਾਂਦੀ ਸੀ, ਪਹਿਲਾਂ ਤਾਂ ਆਪਾਂ ਇਵੈਲੂਏਟ ਕਰਦੇ ਕਿ ਕਿੰਨਾ ਸਹੀ ਹੈ ਤੇ ਕੀ ਕੁਝ ਹੋਰ ਆਪਾਂ ਕਰ ਸਕਦੇ ਸੀ ਉਹਨੂੰ। ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਦੇਖਭਾਲ ਗਰੁੱਪ ਹੈ, ਜੋ ਹੈਲਪਰਸ ਹੈ, ਫਰੰਟ ਲਾਈਨ ਟੀਮ ਮੈਂਬਰਸ ਹੈ, ਉਹਨਾਂ ਦੇ ਲਈ ਹੋਰ ਵੀ ਐਲਡਰਸ ਨਿਯੁਕਤ ਕੀਤੇ ਜਾਣਗੇ ਜੋ ਉਹਨਾਂ ਨੂੰ ਇਵੈਲੂਏਟ ਵੀ ਕਰ ਸਕਣ। Amen, amen. So whoever preaches in the church, you preach out of flesh, you will be in trouble. But you preach from the Spirit of God, the Lord will bless you, and you will be able to do a good job there. But you speak from your flesh, somebody will give you a call. I'm telling you. ਮੈਂ ਤੁਹਾਨੂੰ ਦੱਸ ਰਿਹਾ, ਪਾਸਟਰ ਜੀ ਕਹਿ ਰਹੇ ਕਿ ਮੈਂ ਤੁਹਾਨੂੰ ਮੂੰਹ ਤੇ ਹੀ ਦੱਸ ਰਿਹਾ ਕਿ ਕਦੇ ਵੀ ਆਪਣੇ ਜੋ ਕਲੀਸਿਆ ਦੇ ਵਿੱਚ ਕਦੇ ਵੀ ਕੋਸ਼ਿਸ਼ ਨਾ ਕਰੋ ਆਪਣੇ ਸਰੀਰ ਤੋਂ ਪ੍ਰਚਾਰ ਕਰਨ ਦੀ, ਮੀਨਸ ਫਲੈਸ਼ਲੀ, ਕਿ ਆਪਣੇ ਤਰਫ ਤੋਂ ਤੁਸੀਂ ਕੁਝ ਪ੍ਰਚਾਰ ਨਹੀਂ ਕਰਨਾਗਾ। ਹਮੇਸ਼ਾ ਕੁਝ ਆਤਮਾ ਤੋਂ ਰਿਸੀਵ ਕਰਕੇ ਆਤਮਾ ਦੇ ਦੁਆਰਾ ਪ੍ਰਚਾਰ ਕਰੋ। ਤੇ ਪਾਸਟਰ ਕਹਿ ਰਹੇ ਕਿ ਜ਼ਰੂਰ ਜਦੋਂ ਤੁਸੀਂ ਐਵੇਂ ਕਰਕੇ ਦੇਖੋਗੇ ਤਾਂ ਤੁਸੀਂ ਗਰੋ ਕਰੋਗੇ, ਅੱਗੇ ਵਧੋਗੇ। ਤੇ ਪਰ ਜੇ ਤੁਸੀਂ ਆਪਣੀ ਤਰਫ ਤੋਂ ਸਰੀਰ ਦੇ ਵਿੱਚ ਹੋ ਕੇ ਕੁਝ ਪ੍ਰਚਾਰ ਕਰਨ ਦੀ, ਕੁਝ ਦਿਖਾਉਣ ਦੀ ਕੋਸ਼ਿਸ਼ ਕਰੋਗੇ, ਕੋਈ ਨਾ ਕੋਈ ਕਾਲ ਤੁਹਾਨੂੰ ਜ਼ਰੂਰ ਕਰੇਗਾ ਤੁਹਾਨੂੰ ਕਰੈਕਟ ਕਰਨ ਦੇ ਲਈ। Amen. And people have got discernment spirit. They will just discern whether you are preaching from the Spirit or whether you're preaching from yourself. People are just going to catch that. ਉੱਥੇ ਲੋਕੀ ਹੈਗੇ, ਉਹਨਾਂ ਦੇ ਕੋਲ ਕੀ ਹੈ, ਜੋ ਆਪਾਂ ਸਿਖਾਉਣ ਵਾਲੇ ਆ, ਉਹਨਾਂ ਦੇ ਕੋਲ ਕੀ ਹੈ ਕਿ ਪਰਖ ਦਾ ਆਤਮਾ ਹੈ, ਤੇ ਤੁਹਾਡੇ ਬੋਲਣ ਤੋਂ ਹੀ ਸਮਝ ਜਾਣਗੇ ਕਿ ਜੋ ਆਪਣਾ ਜੋ ਮੈਸੇਜ ਸੀਗਾ, ਜੋ ਵੀ ਆਪਾਂ ਪ੍ਰਚਾਰ ਕੀਤਾ, ਉਹ ਸੱਚਮੁੱਚ ਆਤਮਾ ਦੀ ਤਰਫ ਤੋਂ ਸੀਗਾ ਕਿ ਸਿਰਫ ਆਪਾਂ ਸਰੀਰਿਕ ਹੋ ਕੇ ਆਪਣੇ ਭਾਵਨਾਵਾਂ ਦੇ ਨਾਲ, ਆਪਣੇ ਫੀਲਿੰਗਸ ਦੇ ਨਾਲ ਪ੍ਰਚਾਰ ਕੀਤਾ। Amen. So coming back to false teaching. So be careful. The online preachers might mislead you and misguide you, teach you false things, and you will become a victim of that. And you will do a lot of damage to yourself. ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹੈ ਕਿ ਜੋ ਫਾਲਸ ਡਾਕਟਰਾਈਨਸ ਹੈ, ਫਾਲਸ ਜੋ ਗਲਤ ਪ੍ਰਚਾਰ ਨੇ, ਗਲਤ ਟੀਚਿੰਗਸ ਹੈਗੀ ਹੈ, ਉਹਨਾਂ ਤੋਂ ਬਚ ਕੇ ਰੱਖਣਾ, ਕਿਉਂਕਿ ਉਹ ਮਿਸਲੀਡ ਕਰ ਸਕਦੇ ਆ। ਆਨਲਾਈਨ ਚਰਚਿਸ ਦੇ ਵਿੱਚ ਆਪਾਂ ਨੂੰ ਮਿਸਲੀਡ ਕਰ ਸਕਦੇ ਆ ਤੇ ਇੱਕ ਤੁਸੀਂ ਵਿਕਟਿਮ ਬਣ ਜਾਓਗੇ, ਉਹਨਾਂ ਦੇ ਸ਼ਿਕਾਰ ਹੋ ਸਕਦੇ ਹੋ ਤੁਸੀਂ, ਤੇ ਜਿਹਦੇ ਕਰਕੇ ਤੁਸੀਂ ਅੱਗੇ ਨਹੀਂ ਵਧ ਪਾਓਗੇ। Number 8, Sister Raman Kumar, Psalm Zabur 92, 13 to 14. ਜਿਹੜੇ ਯਹੋਵਾ ਦੇ ਭਵਨ ਵਿੱਚ ਲਗਾਏ ਹੋਏ ਹਨ, ਉਹ ਪਰਮੇਸ਼ਵਰ ਦੇ ਦਰਗਾਹ ਵਿੱਚ ਲਹਿਰਾਉਣਗੇ, ਬੜੇਪੇ ਵਿੱਚ ਫਲ ਲੈ ਕੇ ਆਉਣਗੇ, ਉਹ ਹਮੇਸ਼ਾ ਹਰੇ ਭਰੇ ਅਤੇ ਰਸ ਭਰੇ ਰਹਿਣਗੇ।
Amen. This is actually linked with the point that I mentioned about making your calling and election sure. ਆਪਾਂ ਜੋ ਵਚਨ ਪੜਿਆ ਉਹ ਪੂਰੀ ਤਰ੍ਹਾਂ ਉਹਦੇ ਨਾਲ ਤਾਲੁਕਾਤ ਰੱਖਦਾ ਜੋ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਕਲੀਸਿਆ ਦੇ ਵਿੱਚ ਮੀਨਸ ਪਲਾਂਟ ਹੋਣਾ ਉੱਥੇ ਗਰੋ ਕਰਨਾ ਉੱਥੇ ਵਧਣਾ ਇੱਕ ਕਲੀਸਿਆ ਲੋਕਲ ਕਲੀਸਿਆ ਦੇ ਵਿੱਚ You know, in the New Testament, we are encouraged to bring a gift, and that's what we are trying to do now in the male up meetings. People are given opportunity to share a testimony, to sing a song, to share a little word, to do small things. ਤੇ ਜੋ ਲੋਕਲ ਕਲੀਸਿਆ ਉਹਦੇ ਵਿੱਚ ਕੀ ਹੈ ਆਪਾਂ ਕਰ ਰਹੇ ਜਿਵੇਂ ਕਿ ਮੌਕੇ ਦਿੱਤੇ ਜਾ ਰਹੇ ਦੂਸਰਿਆਂ ਨੂੰ ਵੀ ਜੋ ਲੋਕੀ ਆਉਂਦੇ ਆ ਕਿ ਉਹ ਆਪਣੀ ਗਵਾਹੀ ਦੱਸ ਸਕਣ ਜੇ ਪਰਮੇਸ਼ਰ ਦੇ ਵੱਲੋਂ ਉਹਨਾਂ ਨੂੰ ਕੁਝ ਮਿਲਿਆ ਤੇ ਉਹਨੂੰ ਬੋਲ ਸਕਣ ਗੀਤ ਗਾ ਸਕਣ ਉਹ ਵਡਿਆਈ ਕਰ ਸਕਣ ਐਸੇ ਛੋਟੀ ਛੋਟੀ ਓਪਰਚੁਨਿਟੀਜ਼ ਮੌਕੇ ਹਰੇਕ ਨੂੰ ਦਿੱਤੇ ਜਾ ਰਹੇ And so it says in the word here, planted in the house of the Lord, they will flourish in the courts of God. ਤੇ ਵਚਨ ਦੇ ਵਿੱਚ ਲਿਖਿਆ ਹੈ ਕਿ ਆਪਣੇ ਜੋ ਪਰਮੇਸ਼ਰ ਦੇ ਪਾਬੰਦੀ ਵਿੱਚ ਤੁਸੀਂ ਪਲਾਂਟ ਹੋ ਜਾਓ ਉੱਥੇ ਸਥਿਰ ਹੋ ਜਾਓ ਤਾਂ ਕਿ ਤੁਸੀਂ ਫਲੋਰਿਸ਼ ਹੋਰ ਵੱਧਦੇ ਜਾਓ And they will still bear fruit in old age, like me. I'm bearing fruit still in old age. Hallelujah. Rajveer will be saying hallelujah to that. ਤੇ ਉੱਥੇ ਲਿਖਿਆ ਕਿ ਜੇ ਆਪਾਂ ਜਿਵੇਂ ਵੱਧਦੇ ਵੀ ਜਾਂ ਬਜ਼ੁਰਗ ਵੀ ਹੋ ਜਾਣਗੇ ਤਾਂ ਬੁਢਾਪੇ ਦੇ ਵਿੱਚ ਵੀ ਪੂਰੇ ਆਪਣੇ ਫਲ ਲੈ ਕੇ ਆਉਂਦੇ ਰਹਿਣਗੇ Hallelujah. Actually, it is the opposite. I am the young guy and he is the old guy. They will stay fresh and evergreen like me, Rishi Kapoor. Hallelujah. ਹਮੇਸ਼ਾ ਵਚਨ ਦੇ ਵਿੱਚ ਲਿਖਿਆ ਹੈ ਕਿ ਉਹ ਹਮੇਸ਼ਾ ਹਰੇ ਭਰੇ ਰਹਿਣਗੇ You know that Rishi Kapoor was called evergreen. You know that, yeah? He always looked young. Praise God. So planted in the house of the Lord, you will bear fruit even in your old age. That is the promise of the Lord. ਪਰਮੇਸ਼ਰ ਦਾ ਕਹਿ ਲਓ ਕਿ ਇੱਕ ਪ੍ਰੋਮਿਸ ਉਹਨੇ ਆਪਣੇ ਨਾਲ ਵਾਅਦਾ ਕੀਤਾ ਕਿ ਤੁਸੀਂ ਜੋ ਆਪਣੀ ਕਲੀਸੀਅਤ ਹੈ ਜੋ ਪਰਮੇਸ਼ਰ ਦਾ ਭਵਨ ਹੈ ਉਹਦੇ ਵਿੱਚ ਪਲਾਂਟਡ ਰਹੋ ਉਹਦੇ ਵਿੱਚ ਸਥਿਰ ਰਹੋ ਤੇ ਤੁਸੀਂ ਜਦ 올ਡ ਏਜ ਵੀ ਹੋਗੇ ਜਦ ਤੁਸੀਂ ਵੱਧਦੇ ਵੀ ਜਾਓਗੇ ਬੁਢਾਪੇ ਦੇ ਵਿੱਚ ਵੀ ਆਪਾਂ ਫਲ ਲੈ ਕੇ ਆਵਾਂਗੇ ਇਹ ਉਹਦਾ ਇੱਕ ਵਾਅਦਾ ਹੈ Amen. Praise God. A last point is basically about discipline. There is no discipline when you do online. Who will disciple you? It's a mess. ਤੇ ਦੂਸਰਾ ਅਗਲਾ ਜੋ ਪੁਆਇੰਟ ਹੈਗਾ ਉਹ ਹੈਗਾ ਡਿਸਪਲਿਨ ਕਿ ਜੋ ਆਨਲਾਈਨ ਚਰਚਸ ਆ ਉਹਨਾਂ ਦੇ ਵਿੱਚ ਐਸਾ ਕੋਈ ਪਲੇਟਫਾਰਮ ਨਹੀਂ ਹੈ ਜਿੱਥੇ ਕਿ ਆਪਾਂ ਨੂੰ ਕਿ ਕੌਣ ਡਿਸਪਲਿਨ ਕਰੇ ਆਪਾਂ ਨੂੰ ਆ ਕੇ ਕੌਣ ਚੈੱਕ ਕਰਦਾ ਹੈ ਕਿ ਫੋਲੋ ਕਰ ਰਹੇ ਆ ਜਾਂ ਨਹੀਂ ਕਰ ਰਹੇ ਜਾਂ ਫਿਰ ਡਿਸਪਲਿਨ ਹਾਂ ਜਾਂ ਨਹੀਂ ਉਸ ਚੀਜ਼ ਦੇ ਵਿੱਚ I told this before, but I will tell you this again. There was one guy who came to our church, a Punjabi Munda, young guy. ਇੱਕ ਵਾਰੀ ਇੱਕ ਮੁੰਡਾ ਆਇਆ ਪੰਜਾਬੀ ਮੁੰਡਾ ਸੀਗਾ ਕੋਈ ਤੇ ਉਹ ਆਪਣੀ ਕਲੀਸਿਆ ਦੇ ਵਿੱਚ ਆਇਆ ਉੱਥੇ started giving prophecies to one of the ladies in our church. ਇਹ ਆਪਣੀ ਜੋ ਕਲੀਸਿਆ ਦੇ ਇੱਕ ਜੋ ਕੁੜੀ ਹੈ ਉਹਨੂੰ ਪ੍ਰੋਫੈਸਿਸ ਦੇਣੀ ਸ਼ੁਰੂ ਕੀਤੀ ਉਹਨੇ ਉਹ ਐਵੇਂ ਬੋਲਿਆ started saying, oh, you have got this in your house and you got a monkey sitting on your shoulder and some silly things. ਕੁਝ ਐਵੇਂ ਮੀਨਸ ਫਿਜ਼ੂਲ ਦੀਆਂ ਗੱਲਾਂ ਕਿ ਮੀਨਸ ਇੱਥੇ ਮੀਨਸ ਬਾਕੀ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਇਹ ਚੱਲ ਰਿਹਾ ਤੇ ਇਸ ਤਰੀਕੇ ਨੂੰ ਬੋਲਣ ਲੱਗੇ And praise God, I think Sunny and Davinder, they told me that this guy has been saying this, and I said, really? And we had a word with him not to do that because this guy was operating in a different spirit. ਇਹ ਬਹੁਤ ਵਧੀਆ ਗੱਲ ਕਿ ਤੇ ਪ੍ਰੇਜ਼ ਗॉड ਪਰਮੇਸ਼ਰ ਦੀ ਵਡਾਈ ਹੋਈ ਕਿ ਸਨੀ ਨੇ ਤੇ ਦਵਿੰਦਰ ਨੇ ਇਸ ਗੱਲ ਇੱਕ ਤਰ੍ਹਾਂ ਕਹਿ ਲਓ ਪਰਖਿਆ ਤੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਤੇ ਇਹਦੇ ਬਾਰੇ ਦੱਸਿਆ ਤੇ ਅਸੀਂ ਉਸ ਮੁੰਡੇ ਦੇ ਨਾਲ ਗੱਲ ਕੀਤੀ ਕਿ ਇਹ ਨਹੀਂ ਇਹ ਚੀਜ਼ ਠੀਕ ਨਹੀਂ ਹੈ ਤੇ ਇਸ ਤਰੀਕੇ ਨਹੀਂ ਕਰ ਸਕਦਾ ਕਿਉਂਕਿ ਉਹ ਕਿਸੇ ਹੋਰ ਹੀ ਕਹਿ ਲਓ ਹੋਰ ਹੀ ਆਤਮਾ ਦੇ ਬੁਲਵਾਏ ਉਹ ਬੋਲ ਰਿਹਾ ਸੀ This guy is not under any authority in Cyprus. He goes around doing his thing. I don't know if he's doing online with his pastor in India. I don't know about that bit, but he's just not under authority. He just does what he wants. And when people don't come under authority and where they want to do what they want, I tell you what, they operate under a very, very disturbed spirit. And God cannot anoint that person. ਤੇ ਉਹ ਕਹਿ ਰਹੇ ਪਾਸਟਰ ਜੀ ਕਹਿ ਰਹੇ ਕਿ ਬਹੁਤ ਹੀ ਜ਼ਰੂਰੀ ਹੈ ਸਿੱਖਣਾ ਕਿ ਜਦ
ਆਪਾਂ ਕਿਸੇ ਜੋ ਵੀ ਹੈ ਇਨਸਾਨ ਜੋ ਕਿਸੇ ਮੰਨ ਲਓ ਅਧੀਨਗੀ ਦੇ ਵਿੱਚ ਨਹੀਂ ਹੈ, ਕਿਸੇ ਪਾਸਟਰ ਦੀ ਕਿਸੇ ਅਗੁਵੇ ਦੀ ਅਧੀਨਗੀ ਚ ਨਹੀਂ ਹੈ, ਤੇ ਉਹ ਕੀ ਹੈ ਉਹਦੇ ਲਈ ਕਿ ਆਪਰੇਟ ਕਰ ਉਹਨਾਂ ਦੇ ਪੂਰੇ ਚਾਂਸਸ ਹੈਗੇ ਕਿ ਦੂਸਰੀ ਸਪਿਰਿਟ ਦੇ ਵਿੱਚ ਆਪਰੇਟ ਕਰ ਸਕਦੇ ਹੈ। ਤੇ ਉਸ ਮੁੰਡੇ ਦੇ ਲਈ ਕੁਝ ਪਤਾ ਨਹੀਂ ਕਿ ਉਹ ਸਾਈਪਰਸ ਚ ਕਿੱਥੇ ਜਾਂਦਾ ਹੈ, ਕਿਹਦੀ ਅਧੀਨਗੀ ਚ ਹੈ, ਕਿਹੜੀ ਕਲੀਸਿਆ ਚ ਜਾਂਦਾ ਹੈ, ਕਿ ਆਨਲਾਈਨ ਕਿਹਦੇ ਨਾਲ ਜੁੜਿਆ ਹੈ, ਕੁਝ ਉਹਦਾ ਪਤਾ ਨਹੀਂ ਹੈ, ਪਰ ਉਹ ਦੂਸਰੀ ਹੀ ਸਪਿਰਿਟ ਦੇ ਨਾਲ ਆਪਰੇਟ ਕਰਦੇ ਹੈ। Amen. Many people want to come when they come to our church when they are new. Oh, they say, I want to preach. I want to worship. I want to be in the worship team. Come on, it doesn't work like that. Come and be faithful. We will see how your faithfulness is. We will see how you do stage 1. Then you come on to the stage 2. Come on the mail up. Come on the Facebook. Come and show your wafadari. And then the Lord will start raising people up. Hallelujah. ਕਈ ਵਾਰੀ ਇਸ ਤਰੀਕੇ ਹੁੰਦਾ ਕਿ ਜੋ ਨਏ ਲੋਕੀ ਉਹ ਕਲੀਸਿਆ ਦੇ ਵਿੱਚ ਆਉਂਦੇ ਆ ਤੇ ਕਹਿੰਦੇ ਕਿ ਮੈਂ ਪ੍ਰਚਾਰ ਕਰਨਾ ਚਾਹੁੰਦਾ ਜਾਂ ਫਿਰ ਮੈਨੂੰ ਗਾਉਣ ਦੇ ਲਈ ਜੋ ਵਰਸ਼ਿਪ ਦੇ ਲਈ ਰੱਖ ਲਓ ਜਾਂ ਫਿਰ ਇਸ ਤਰੀਕੇ, ਪਰ ਪਾਸਟਰ ਜੀ ਆਪਣੇ ਸਿਖਾ ਰਹੇ ਕਿ ਇਸ ਤਰੀਕੇ ਨਹੀਂ ਹੁੰਦਾ। ਇੱਕ ਹਰ ਕਲੀਸਿਆ ਦਾ ਇੱਕ ਆਰਡਰ ਹੈ ਜਿਹਦੇ ਅਕੋਰਡਿੰਗ ਦੇਖਿਆ ਜਾਏਗਾ ਤੇ ਸਟੇजेस ਹੈਗੇ ਆ ਜੋ ਆਪਾਂ ਜੋ ਟੀਚਿੰਗਸ ਦੇਖੀਆਂ ਸਟੇਜ 1 ਸਟੇਜ 2 ਸੈਕੰਡ ਥਰਡ ਫੋਰਥ ਤੇ ਫਰਦਰ, ਤੇ ਉਹਨਾਂ ਸਾਰੇ ਦੇ ਵਿੱਚ ਉਹਨੂੰ ਦੇਖਿਆ ਜਾਏਗਾ, ਪਹਿਲਾਂ ਨੋਟ ਕੀਤਾ ਜਾਏਗਾ ਤੇ ਜੇ ਉਹ ਪਰਮੇਸ਼ਰ ਦੇ ਵਿੱਚ ਵਫਾਦਾਰ ਰਹਿੰਦਾ, ਉਸ ਕਲੀਸਿਆ ਦੇ ਵਿੱਚ ਵਫਾਦਾਰ ਰਹਿੰਦਾ ਤੇ ਫਿਰ ਪ੍ਰਮੋਟ ਕੀਤਾ ਜਾਂਦਾ ਹੈ। I want to ask you a question now. You are now in stage 4. Are you the fruit of House of Glory teachings and preachings and the maqsad, or are you following something else and you are a fruit of some other source? Check yourself. I don't want an answer. I'm the fruit of House of Glory Church. Praise the Lord. Amen. Amen. Praise the Lord. I know who you are following. I think you're following that man in London called Pastor Johnny Fernandez, I think. Amen. Don't follow me, follow Jesus. But Paul said, follow me as I follow Christ. Hallelujah. So basically the question is, सबके लिए ये सवाल है, आप फल, आपका जो जिंदगी है, ये जो फल जो है आपकी जिंदगी का, ये हाउस ऑफ ग्लोरी का फल है या और कुछ ऑनलाइन या और कुछ टीचिंग का या और कुछ मकसद का आप फल बन जा रहे हैं? आप फूल का जैसा अच्छी तरीके से हाउस ऑफ ग्लोरी दे नाल ब्लॉसम हो जा रहे हैं, जो हम टीचिंग दे रहे हैं। स्टेज 1 दिया, स्टेज 2 किया, स्टेज 3 अभी किया, अभी स्टेज 4 में लीडरशिप का जो टीचिंग जब लग जाएगी, ये तो बहुत दिस इज अ वेरी नॉट लो लेवल, दिस इज जस्ट अ वेरी प्रैक्टिकल टीचिंग। ये ज्यादा ये नहीं है, गहराई जैसे नहीं है टीचिंग, लेकिन बहुत टीचिंग्स आ रही है, बहुत जो थोड़ा सा अलग सा होगा, लाइफ चेंजिंग के बारे गल कर रहा हूं मैं। सो आर यू द फ्रूट ऑफ हाउस ऑफ ग्लोरी? आकाश, आर यू द फ्रूट ऑफ द हाउस ऑफ ग्लोरी और बलजिंदर सिंह? सॉरी, बलजिंदर सिंह और अंकुर नरोला की बहुत पिटाई हो रही है आज। आई एम सॉरी, मजाक कर रहा हूँ। ये लोग अच्छे लगता है, लेकिन ऐसे मैंने उनका नाम निकाला, किसी पर दोष नहीं। ओके, ये लोग खुदा के लिए काम कर रहे हैं तो करने दो उनको, ब्लेस हो जाओ। तो गलत फहमी मत समझो, किसी की पिटाई नहीं कर रहे हम, लेकिन आप समझ रहे हैं ना कि व्हाट आई एम ट्राइंग टू से, आई एम ट्राइंग टू टीच यू सो दैट यू विल हैव अ प्रॉपर मकसद इन लाइफ and you will grow and you will do greater things for Jesus. Hallelujah. So the only exception, Priyanka, the only exception is for online church is when you are stuck in a place like Saudi Arabia or some Middle East countries where you have no opportunity to go to church and then you have to do online. That is an exception. Or you are sick and you are only at home, but still, even if you are sick, I think you should connect with a local church. ਪਾਸੀ ਕਹਿ ਰਹੇ ਕਿ ਉਹਨਾਂ ਨੇ ਸਿਖਾਇਆ ਕਿ ਸਿਰਫ ਇੱਕ ਹੀ ਐਕਸੈਪਸ਼ਨ ਹੈ, ਇੱਕ ਹੀ ਕੇਸ ਹੈ ਜਿਹਦੇ ਵਿੱਚ ਆਪਾਂ ਆਨਲਾਈਨ ਚਰਚਸ ਨੂੰ ਮੀਨਸ ਕਿ ਪ੍ਰੈਫਰ ਕਰ ਸਕਦੇ ਹਾਂ। ਉਹ ਹੈ ਕਿ ਕੋਈ ਜਾਂ ਤਾਂ ਫਿਰ ਅਸੀਂ ਸਾਊਦੀ ਅਰੇਬੀਆ ਜਾਂ ਫਿਰ ਐਸੀ ਥਾਵਾਂ ਜਿੱਥੇ ਕਿ ਜੋ ਇੱਕ ਲੋਕਲ ਕਲੀਸਿਆ ਉੱਥੇ ਜਾਣਾ ਪੋਸੀਬਲ ਨਹੀਂ ਹੈ, ਤੇ ਜਾਂ ਫਿਰ ਉਹ ਕਲੀਸਿਆਵਾਂ ਹੈ ਹੀ ਨਹੀਂ ਗਿਆ, ਉਹ ਇਸ ਤਰੀਕੇ ਆਪਾਂ ਜਾ ਨਹੀਂ ਸਕਦੇ। ਤੇ ਉਹਨਾਂ ਕਿਸ ਚੀਜ਼ ਜ਼ਰੂਰੀ ਹੈ ਕਿ ਆਪਾਂ ਫ੍ਰੀ ਨਾ ਬੈਠੇ, ਆਪਾਂ ਜ਼ਰੂਰ ਆਨਲਾਈਨ ਚਰਚਸ ਦੇ ਨਾਲ ਮੀਨਸ जुड़ सकते हैं, वो एक एक्सेप्शन है। हाँ, I think that is okay, but I believe if you can, even if you can't physically go to church like many people in Cyprus because of employees restrictions and now Corona and COVID and vaccine and PCR test and whatever, if you really can't go,
then if you want to join with the local church online is okay. But if you make a habit of following preachers and pastors and doing online things, then I think that's absolutely not acceptable before God, I believe. समझा रहे कि या फिर कुछ ऐसा है कि मान लो ਜਿਵੇਂ ਉੱਥੇ ਚਰਚ ਜੋ ਸਾਈਪਰਸ ਦੇ ਵਿੱਚ ਚਰਚ ਹੈ ਤੇ ਜੋ EMPLOYERS ਹੈ ਕਈ ਵਾਰੀ ਆਉਣ ਨਹੀਂ ਦਿੰਦੇ ਜਾਂ ਫਿਰ ਕੋਵਿਡ ਕਰਕੇ ਕਿੰਨੀ ਰਿਸਟ੍ਰਿਕਸ਼ਨਸ ਇੰਪੋਜ਼ ਹੋਈਆਂ ਲੱਗੀਆਂ ਤੇ ਉਹਦੇ ਕਰਕੇ ਆ ਨਹੀਂ ਸਕੇ ਉਹ ਠੀਕ ਹੈ ਤੇ ਫਿਰ ਉਸ ਚੱਕਰ ਚ ਉਸ ਕੇਸ ਚ ਐਕਸੈਪਸ਼ਨ ਹੈ ਕਿ ਆਪਾਂ ਆਨਲਾਈਨ ਜੋ ਲੋਕਲ ਕਲੀਸਿਆ ਦੇ ਨਾਲ ਆਨਲਾਈਨ ਹੋ ਕੇ ਆਪਾਂ ਉਸ ਮੈਸੇजेस ਨੂੰ ਪ੍ਰਚਾਰ ਨੂੰ ਸੁਣ ਸਕਦੇ ਹਾਂ So the people who are doing online, I believe, are in disobedience. They will be unfruitful. ਮੈਂ ਵਿਸ਼ਵਾਸ ਕਰਦਾ ਕਿ ਪਾਸਟਰ ਕਹਿ ਰਹੇ ਕਿ ਮੇਰੀ ਸੋਚ ਦੇ ਵਿੱਚ ਇਸ ਤਰੀਕੇ ਜੋ ਆਨਲਾਈਨ ਚਰਚਿਸ ਹੈਗੇ ਆ ਜਾਂ ਫਿਰ ਜੋ ਅਟੈਂਡ ਕਰਦੇ ਆ ਉਹ ਜ਼ਿਆਦਾਤਰ ਕੀ ਹੈ ਕਿ ਅਨਫਰੂਟਫੁਲ ਉਹ ਜ਼ਿਆਦਾ ਫਲ ਨਹੀਂ ਲੈ ਕੇ ਆਉਂਦੇ ਤੇ ਡਿਸਪਲਿਨ ਵੀ ਉਹਨਾਂ ਦੇ ਵਿੱਚ ਜ਼ਿਆਦਾ ਨਹੀਂ ਹੁੰਦਾ They will be not working under any spiritual covering or with an agua or leader. ਇਹ ਲੋਕ ਇਹ ਜੋ ਹੈਗੇ ਆ ਉਹ ਕਿਸੇ ਅਗੂਵੇ ਦੇ ਹੇਠਾਂ ਕਿਸੇ ਅਗੂਵੇ ਦੇ ਅਧੀਨਗੀ ਦੇ ਵਿੱਚ ਉਹ ਕੰਮ ਨਹੀਂ ਕਰਦੇ ਆਪਰੇਟ ਨਹੀਂ ਕਰਦੇ ਤੇ ਉਹਨਾਂ ਦਾ They ਦੇਖਭਾਲ will ਕਰਨ ਵਾਲਾ not ਵੀ grow in their. They will not grow in their calling and ministry because they are doing their own thing and God cannot bless them. ਕਿਉਂਕਿ ਉਹ ਆਪਣੀ ਹੀ ਇੱਛਾ ਦੇ ਨਾਲ ਐਵੇਂ ਕਰ ਰਹੇ ਆ ਤੇ ਪਰਮੇਸ਼ਰ ਉਹਨਾਂ ਨੂੰ ਬਲੈਸ ਨਹੀਂ ਕਰ ਸਕਦੇ ਤਾਂ ਕਰਕੇ ਉਹ ਆਪਣੀ ਬੁਲਾਹਟ ਜੋ ਹੈ ਤੇ ਜੋ ਕਾਲਿੰਗ ਉਹਦੇ ਵਿੱਚ ਗਰੋ ਨਹੀਂ ਕਰ ਸਕਦੇ They are selfish and arrogant in many ways as well, in my ਤੇ opinion. ਕਈ ਕਾਰਨ ਕਰਕੇ ਉਹ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਕਿ ਉਹ ਮਤਲਬੀ ਨੇ ਤੇ ਇੱਕ ਤਰ੍ਹਾਂ ਉਹਨਾਂ ਦੇ ਵਿੱਚ ਪ੍ਰਾਈਡ ਵੀ ਹੈ I know few people in Cyprus who are absolutely good. If they had to be in church, they would be so good Christians in a way that they would be doing so much more. But they are stuck with India and Punjab doing online, and they are going in circles. ਅਸੀਂ ਕਹਿ ਰਹੇ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਐਸੇ ਕਈ ਕਹਿ ਲਓ ਕਿ ਆਪਣੀ ਕਲੀਸਿਆ ਦੇ ਵਿੱਚ ਸਾਈਪਰਸ ਦੇ ਵਿੱਚ ਪਾਸੇ ਜਿਹੜੇ ਕਿਹਾ ਕਿ ਬਹੁਤ ਸਾਰੇ ਐਸੇ ਆ ਜਿਹੜੇ ਕਿ ਜੇ ਉਹਨਾਂ ਨੂੰ ਇੱਕ ਸਥਿਰਤਾ ਮਿਲ ਜਾਏ ਇੱਕ ਲੋਕਲ ਚਰਚ ਦੇ ਵਿੱਚ ਉਹ ਚੰਗੀ ਤਰ੍ਹਾਂ ਸਥਿਰ ਹੋ ਜਾਣ ਤੇ ਉਹ ਇੰਨਾ ਕਹਿ ਲਓ ਉਹਨਾਂ ਦੇ ਵਿੱਚ ਉਹ ਬਹੁਤ ਕੁਝ ਕਰ ਸਕਦੇ ਆ ਪਰਮੇਸ਼ਰ ਦੇ ਰਾਜ ਦੇ ਲਈ ਚਰਚ ਕਲੀਸਿਆ ਦੇ ਬਹੁਤ ਕੁਝ ਕਰ ਸਕਦੇ ਆ ਪਰ ਜਸਟ ਆਨਲਾਈਨ ਚਰਚਸ ਦੇ ਨਾਲ ਜੁੜਨ ਦੇ ਕਾਰਨ ਤੇ ਉਹ ਡਬਲ ਟੀਚਿੰਗਸ ਹੋਣ ਦੇ ਕਾਰਨ ਤੇ ਇੱਥੇ ਵੀ ਉੱਥੇ ਵੀ ਦੋ ਚਿੱਤੇ ਹੋਣ ਦੇ ਕਾਰਨ ਉਹ ਗਰੋ ਨਹੀਂ ਕਰ ਪਾ ਰਹੇ And in the same way, the pastors, the prophets, and the preachers who are organizing these online meetings and encouraging people to come and follow them and like them and subscribe them and give them words and just try to keep them in that bubble are disobedient to the Lord. यही कहना चाहूंगा कि जो ऑनलाइन जो प्रचारक हैगे ने जो ज्यादातर सारे ने जो प्रचारक हैगे ने वो की करते कि उन्होंने जो ध्यान है वो हैगा कि किन्ने लोकी साडे नाल जुड़ रहे हैं ऑनलाइन किन्ने सब्सक्राइब कर रहे हैं किन्ने लाइक कर रहे हैं ते परमेश्वर दी अधीनगी च नहीं है परमेश्वर नु खुश नहीं कर रहे एक तरह Why? Because they are keeping them in this bubble and not encouraging them to go and be part of their local church and be submissive to their pastors and leaders and grow in that setting. लोग एक चक्कर ਦੇ ਵਿੱਚ ਉਹਨੂੰ ਪਾ ਰੱਖਿਆ ਤੇ ਉਸ ਚ ਉਹਨਾਂ ਨੂੰ ਆਜ਼ਾਦ ਨਹੀਂ ਕਰਨਾ ਚਾਹੁੰਦੇ ਉਸ ਚੋਂ ਇੱਕ ਚੋਂ ਬਾਹਰ ਨਹੀਂ ਕਰਨਾ ਚਾਹੁੰਦੇ ਕਿ ਤੁਸੀਂ ਜਾਓ ਤੇ ਜਿੱਥੇ ਵੀ ਤੁਹਾਡੀ ਜੋ ਲੋਕਲ ਕਲੀਸਿਆ ਉਹਦੇ ਵਿੱਚ ਜਾ ਕੇ ਤੁਸੀਂ ਵਧੋ ਤੁਸੀਂ ਗਰੋ ਕਰੋ ਇਸ ਚੀਜ਼ ਦੇ ਲਈ ਉਹ ਐਨਕਰੇਜ ਨਹੀਂ ਕਰਦੇ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਨਹੀਂ ਜਾਣ ਦੇਣ ਇੱਕ ਸਰਕਲ ਤੋਂ ਤੇ ਉਹ ਘੁੰਮਦੇ ਰਹਿੰਦੇ ਚ ਲੋਕੀ ਹੈ A true man of God, a true pastor will look after his flock. He will want them to be protective. He will want them to grow with good charwa so that they will be fed well and they will be looked after well, because these guys have no time to look after these onliners. They are busy with their subscription. They want more likes and more subscribers. तो ये जो ऑनलाइन कह लो कि जो ऑनलाइन सर्विसेज वाले हैं जो चर्चेस वाले हैं वो की है कि वो जो ਉਹਨਾਂ ਦੇ ਸੁਣਨ ਵਾਲੇ ਹੈ ਜੋ ਸੁਣਦੇ ਆ ਉਹਨਾਂ ਦੀ ਗਰੋਥ ਬਾਰੇ ਜ਼ਿਆਦਾ ਨਹੀਂ ਜਾਣ ਸਕਦੇ ਕਿਉਂਕਿ ਸਿਰਫ ਉਹ ਇੱਥੇ ਤੱਕ ਹੀ ਉਹਨਾਂ ਦਾ ਮਕਸਦ ਹੈ ਕਿ ਕਿੰਨੇ ਲਾਈਕਸ ਆ ਰਹੇ ਕਿੰਨੇ ਉਹਨਾਂ ਨੂੰ ਸਬਸਕ੍ਰਾਈਬ ਕਰ ਰਹੇ ਕਿੰਨੇ ਉਹਨਾਂ ਦੇ ਨਾਲ ਜੁੜ ਰਹੇ ਹੈ ਤੇ ਬਜਾਏ ਇਹਦੇ ਕਿ ਉਹ ਗਰੋ ਕਰ ਰਹੇ ਜਾਂ ਨਹੀਂ Now I know there is a temptation to gain knowledge, to acquire knowledge. That's why we go online to hear this teaching, that teaching. But I want to tell you something.
ਪਾਸਟਰ ਜੀ ਕਹਿ ਰਹੇ ਕਿ ਹਾਲਾਂਕਿ ਆਪਾਂ ਜਾਣਦੇ ਹਾਂ ਕਿ ਇਹ ਵੀ ਇੱਕ ਟੈਂਪਟੇਸ਼ਨ ਹੈ ਆਪਣੇ ਲਈ ਕਿ ਆਪਾਂ ਨੂੰ ਹਰੇਕ ਨੂੰ ਐਵੇਂ ਇੱਕ ਟੈਂਪਟੇਸ਼ਨ ਆਉਂਦੀ ਹੈ ਕਿ ਮੈਨੂੰ ਨੌਲੇਜ ਮਿਲੇ, ਮੈਂ ਸਭ ਕੁਝ ਜਾਣ ਲਵਾਂ, ਤੇ ਉਸ ਨੌਲੇਜ ਨੂੰ ਲੈਣ ਦੇ ਚੱਕਰ ਦੇ ਵਿੱਚ ਕਿ ਜ਼ਿਆਦਾ ਮੈਂ ਸਿੱਖ ਸਕਾਂ, ਉਹ ਕਿੰਨੇ ਹੀ ਆਨਲਾਈਨਰਸ ਨੂੰ ਸੁਣਦੇ ਹੈ। There is nothing wrong in getting or acquiring knowledge, but the problem is if our maqsad, our purpose is only knowledge, and if there is not going to be a change of heart and transformation as a person in our character, then our knowledge will go into the bin, rubbish, in the dustbin. ਕਰਕੇ ਇਸ 'ਚ ਕੋਈ ਬੁਰਾਈ ਨਹੀਂ ਹੈ ਕਿ ਸਿੱਖਣਾ ਜਾਂ ਫਿਰ ਨੌਲੇਜ ਨੂੰ ਲੈਣਾ, ਉਹਦੇ 'ਚ ਕੋਈ ਬੁਰਾਈ ਨਹੀਂ ਹੈ, ਪਰ ਉਹਦਾ ਮਕਸਦ ਕੀ ਹੈ, ਉਹਦੇ ਪਿੱਛੇ ਮੋਟਿਵ ਕੀ ਹੈ ਆਪਣਾ ਉਸ ਨੌਲੇਜ ਨੂੰ ਲੈਣ ਪਿੱਛੇ, ਕਿ ਆਪਾਂ ਕਿਉਂ ਸਿੱਖ ਰਹੇ ਹਾਂ, ਉਹ ਮਾਇਨੇ ਰੱਖਦਾ ਹੈ। ਤਾਂ ਕਿ ਜਾਂ ਤਾਂ ਫਿਰ ਹੋਏ ਨਾ ਕਿ ਜੇ ਐਸੀ ਨੌਲੇਜ ਜਿਹਦੇ ਦੁਆਰਾ ਸੱਚਮੁੱਚ ਆਪਣਾ ਜੋ ਹਿਰਦਾ ਹੈ, ਉਹ ਦਿਲ ਹੈ, ਜੋ ਉਹਦੇ 'ਚ ਬਦਲਾਵ ਆਏ, ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਸੁਭਾਅ ਦੇ ਵਿੱਚ ਬਦਲਾਵ ਆਏ, ਇੱਕ ਟਰਾਂਸਫੋਰਮੇਸ਼ਨ ਆਏ, ਉਹਦੇ ਲਈ ਜੇ ਆਪਾਂ ਨੌਲੇਜ ਲੈ ਰਹੇ ਹਾਂ ਉਹ ਤਾਂ ਵਧੀਆ, ਪਰ ਉਸ ਤੇ ਡਿਪੈਂਡ ਕਰਦਾ ਕਿ ਆਪਣਾ ਮੋਟਿਵ, ਆਪਣਾ ਮਕਸਦ ਕੀ ਹੈ ਉਸ ਨੌਲੇਜ ਨੂੰ ਲੈਣ ਦਾ। Every meeting, every gathering, whether we meet online or in church, I'm talking about House of Glory Church, has to change you, has to draw you closer to God and not just give you knowledge. I know now maybe I give you some knowledge, but that has not been my aim. My aim is to see you to see you being transformed by the power of the Holy Spirit and have a renewal of your mind. ਜੋ ਆਪਣੀ ਜੋ ਟੀਚਿੰਗਸ ਹੈ ਹਾਊਸ ਆਫ ਗਲੋਰੀ ਚਰਚ ਦੀ ਜਿੰਨੀ ਵੀ ਟੀਚਿੰਗਸ ਹੈ ਤੇ ਜੋ ਤੁਹਾਨੂੰ ਸਿਖਾਇਆ ਜਾਂਦਾ ਆਪਾਂ ਨੂੰ, ਤੇ ਉਹਦਾ ਸਿਰਫ ਮਕਸਦ ਇੰਨਾ ਹੈ ਕਿ ਉਹਦੇ ਦੁਆਰਾ ਆਪਣੇ 'ਚ ਕੁਝ ਬਦਲਾਵ ਆਏ, ਜੋ ਸੁਣ ਰਹੇ ਆ, ਜੋ ਸਿੱਖ ਰਹੇ ਆ, ਉਹਨਾਂ ਸਭ ਦੇ ਵਿੱਚ ਬਦਲਾਵ ਆਏ, ਕਿ ਆਪਣਾ ਇੱਕ ਜੋ ਮਨ ਹੈ ਉਹ ਬਦਲੇ, ਆਪਣਾ ਮਾਈਂਡ ਰੀਨਿਊ ਹੁੰਦਾ ਜਾਏ, ਹਨਾ, ਤੇ ਸਭ ਕੁਝ ਨਵਾਂ ਹੁੰਦਾ ਜਾਏ ਜੋ ਆਪਾਂ ਸਿੱਖ ਰਹੇ ਆ ਉਹਦੇ ਦੁਆਰਾ। ਮਕਸਦ ਇਹ ਹੈ। Amen, 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 amen. So basically I'm closing, I'm finishing. May God bless you to be a proper disciple, and my prayer is that you will not only save souls that are lost, but you will save the onliners who are caught up with online platforms. Hallelujah. ਖੁਦਾਵੰਦ ਤੁਹਾਨੂੰ ਬਲੈਸ ਕਰੇ, ਤੇ ਜੋ ਪ੍ਰਾਰਥਨਾ ਕਰਦੇ ਆ ਪਾਸਟਰ ਜੀ ਨੇ ਆਪਣੇ ਲਈ ਆਪਾਂ ਨੂੰ ਇੱਕ ਕਹਿ ਲਓ ਕਿ ਇੱਕ ਬਲੈਸਿੰਗ ਦਿੱਤੀ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਐਸੇ ਹੋ ਕਿ ਤੁਸੀਂ ਬਚਾ ਸਕੋ ਨਾ ਸਿਰਫ ਕਲੀਸਿਆ ਵਾਲਿਆਂ ਨੂੰ ਕਿ ਜੋ ਪਰ ਜੋ ਆਨਲਾਈਨ ਚਰਚਿਸ ਦੇ ਵਜ੍ਹਾ ਤੋਂ ਡਿਸਟਰੈਕਟ ਹੋ ਰਹੇ ਹੈ ਜਾਂ ਫਿਰ ਰੋ ਨਹੀਂ ਕਰ ਪਾ ਰਹੇ, ਤੋਂ ਕਨਫਿਊਜ਼ ਨੇ, ਉਹਨਾਂ ਨੂੰ ਵੀ ਤੁਸੀਂ ਬਚਾ ਸਕੋ। Amen. So we have a mission now to save the onliners. Hallelujah. Amen. Hallelujah. There are many in Cyprus, by the way. ਬਹੁਤ ਸਾਰੇ ਐਸੇ ਸਾਈਪਰਸ ਦੇ ਵਿੱਚ। Amen, amen, amen. So God bless you all, and we will have a little time of Galbat and Sawal Jawab. So God bless you all. I'm finishing now this session. Thank you. Bless you.